ਸਤਿ ਸ਼੍ਰੀ ਅਕਾਲ। ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਪ੍ਰੋਗਰਾਮ ਪੰਜਾਬ ਨਾਉ 'ਚ ਤੁਹਾਡਾ ਸਵਾਗਤ ਹੈ। ਪੰਜਾਬ ਦੇ ਵਿੱਚ ਈਡੀ ਦੀ ਆਮਦ ਤੇ ਕਾਫੀ ਦਿਨਾਂ ਤੋਂ ਥੋੜਾ ਸੁੱਖ ਦਾ ਸਾਹ ਲੈ ਰਹੇ ਭਾਰਤ ਭੂਸ਼ਣ ਆਸ਼ੂ ਦੀਆਂ ਵਧੀਆਂ ਮੁਸ਼ਕਲਾਂ, ਕਿਉਂਕਿ ਪਹਿਲਾਂ ਹੀ ਇਹ ਚਰਚਾ ਚੱਲ ਪਈ ਸੀਗੀ ਕਿ ਈਡੀ ਦੀ ਇਨਵੋਲਵਮੈਂਟ ਲਾਜ਼ਮੀ ਤੌਰ ਤੇ ਇਸ ਮਾਮਲੇ ਦੇ ਵਿੱਚ ਹੋਏਗੀ। ਕਾਰਨ ਕਿ ਈਡੀ ਨੇ ਵਿਜੀਲੈਂਸ ਬਿਊਰੋ ਤੋਂ ਇਸ ਮਾਮਲੇ ਦੀਆਂ ਫਾਈਲਾਂ ਇਹਦੇ ਵਿੱਚ ਦਰਜ FIRs ਮੰਗਵਾ ਲਈਆਂ ਸੀਗੀਆਂ ਤੇ ਅੱਜ ਛਾਪਾ ਮਾਰਿਆ ਜਾਂਦਾ, ਲੰਬੀ ਚੌੜੀ ਸਰਚ ਚੱਲਦੀ ਹੈ। ਹੁਣ ਈਡੀ ਦੇ ਪੰਜਾਬ ਦੇ ਵਿੱਚ ਇਸ ਛਾਪੇ ਦੇ ਮਾਇਨੇ ਕੀ ਨੇ? ਭਾਰਤ ਭੂਸ਼ਣ ਆਸ਼ੂ ਲਈ ਅੱਗੇ ਦਾ ਸਮਾਂ ਕਿਹੋ ਜਿਹਾ ਰਹਿ ਸਕਦਾ? ਕੀ ਸਿਰਫ ਇਹ ਇੰਨਾ ਕੁ ਮਾਮਲਾ ਆ ਕਿ ਮਾਮਲਾ ਭ੍ਰਸ਼ਟਾਚਾਰ ਦਾ ਤੇ ਈਡੀ ਨੇ ਵਿੱਚੋਂ ਕੁਝ ਲੱਭਣਾ ਆ, ਜਾਂ ਇਹਦੇ ਕੁਝ ਪੋਲੀਟੀਕਲ ਐਂਗਲ ਵੀ ਨਜ਼ਰ ਆ ਰਹੇ ਨੇ? ਇਹਦੇ ਤੇ ਵੀ ਚਰਚਾ ਕਰਾਂਗੇ। ਚਰਚਾ ਇਹ ਵੀ ਕਰਾਂਗੇ, ਤੀਜੀ ਵਾਰ ਪੰਜਾਬ ਹੜ੍ਹਾਂ ਦੇ ਖਤਰੇ ਹੇਠਾਂ ਆ, ਪਰ ਇਸ ਸਭ ਦੇ ਦਰਮਿਆਨ ਸਾਡੇ ਸਿਆਸਤਦਾਨ ਇਹਦੇ ਉੱਤੇ ਸਿਆਸਤ ਕਰਨੋਂ ਬਾਜ਼ ਨਹੀਂ ਆ ਰਹੇ। ਹਾਲਾਤ ਇਹ ਬਣੇ ਆ, ਸਭਰਾਵਾਂ ਦੇ ਵਿੱਚ ਪਾੜ ਪੈਂਦਾ ਆ, ਉੱਥੇ ਕਾਰਸੇ ਵਾਲੇ ਬਾਬੇ ਬੰਨ ਬੰਨਣ ਦੀ ਕੋਸ਼ਿਸ਼ ਕਰਦੇ ਆ ਤੇ ਮਦਦ ਮੰਗੀ ਜਾਂਦੀ ਹੈ ਰਾਣਾ ਗੁਰਜੀਤ ਹੋਰਾਂ ਦੇ ਕੋਲੋਂ ਕਿ ਭਾਈ ਤੁਹਾਡੇ ਕੋਲੋਂ ਕੁਝ ਮਸ਼ੀਨਰੀ ਹੈਗੀ ਹੈ ਜਿਹੜੀ ਬੰਨ ਬੰਨਣ ਦੇ ਵਿੱਚ ਮਦਦ ਕਰ ਸਕਦੀ ਹੈ। ਉਹ ਮਸ਼ੀਨ ਉੱਥੇ ਪਹੁੰਚਦੀ ਹੈ ਤੇ ਪਤਾ ਲੱਗਦਾ ਕਿ ਆਮ ਆਦਮੀ ਪਾਰਟੀ ਦੇ ਕੁਝ ਲੋਕ ਕਹਿੰਦੇ ਮਸ਼ੀਨ ਨਹੀਂ ਚੱਲਣ ਦੇਣੀ ਇੱਥੇ, ਕਿਉਂਕਿ ਇਹ ਤਾਂ ਕਾਂਗਰਸ ਦੇ ਬੰਦੇ ਦੀ ਹੈ। ਔਖੀ ਵੇਲੇ ਸਾਰਿਆਂ ਨੂੰ ਰਲ ਮਿਲ ਕੇ ਕੰਮ ਕਰਨਾ ਚਾਹੀਦਾ। ਇਹ ਆਖਰ ਸਿਆਸਤ ਕਿਉਂ ਹੋ ਰਹੀ ਹੈ? ਇਦਾਂ ਦੇ ਹੋਰ ਬਹੁਤ ਸਾਰੇ ਮਾਮਲੇ ਜਿਹੜੇ ਆ ਉਹ ਇਹਨਾਂ ਹੜ੍ਹਾਂ ਦੇ ਵਿੱਚੋਂ ਨਿਕਲ ਕੇ ਆ ਰਹੇ ਨੇ ਕਿ ਕੌਣ ਕਿਹਦੇ ਤੋਂ ਅੱਗੇ ਨਿਕਲਣ ਦੀ ਕੋਸ਼ਿਸ਼ ਦੀ ਜਦੋਜਹਿਦ ਦੇ ਵਿੱਚ ਲੱਗਾ ਹੋਇਆ ਹੈ। ਜ਼ਿਕਰ ਆਪਾਂ ਇਹ ਵੀ ਕਰਨਾ ਹੈ ਕਿ 100 ਕਰੋੜ ਦੇ ਸਕੈਮ ਦੀ ਚਰਚਾ ਹੁਣ ਚੱਲੀ ਹੈ। ਕਿਹੜਾ ਆ 100 ਕਰੋੜ ਦਾ ਸਕੈਮ, ਕਿੱਥੇ ਹੋਇਆ, ਕਿਹਦੀ ਜ਼ਿੰਮੇਵਾਰੀ ਬਣਦੀ ਹੈ ਤੇ ਕਿਹਦੇ ਉੱਤੇ ਕਾਰਵਾਈ ਹੋਏਗੀ? ਇਹਦੇ ਤੋਂ ਇਲਾਵਾ 2024 ਨੂੰ ਲੈ ਕੇ ਜਿਹੜੀ ਮੁਲਕ ਭਰ ਦੇ ਵਿੱਚ ਕਸ਼ਮਕਸ਼ ਚੱਲਦੀ ਪਈ ਆ, ਮਸ਼ਕ ਚੱਲਦੀ ਪਈ ਆ, ਪੋਲੀਟੀਕਲ ਪਾਰਟੀਆਂ ਆਪਣੇ ਆਪ ਨੂੰ ਸਟਰੋਂਗ ਕਰਨ ਦੇ ਵਿੱਚ ਲੱਗੀਆਂ ਹੋਈਆਂ ਨੇ। ਕਿਹੜੇ ਕਿਹੜੇ ਹੱਥ ਕੰਡੇ ਵਰਤੇ ਜਾ ਰਹੇ ਆ, ਜ਼ਿਕਰ ਉਹਨਾਂ ਦਾ ਵੀ ਕਰਾਂਗੇ। तमाम ਖਬਰਾਂ ਦੇ ਉੱਤੇ ਚਰਚਾ ਕਰਨ ਲਈ ਮੇਰੇ ਨਾਲ ਮੌਜੂਦ ਰਹਿਣਗੇ ਸੀਨੀਅਰ ਪੱਤਰਕਾਰ ਰਾਜੀਵ ਭਾਸਕਰ ਜੀ। ਭਾਸਕਰ ਸਾਹਿਬ ਜੀ ਆਇਆਂ ਨੂੰ। बहुत बहुत शुक्रिया जसवीर जी। ਭਾਸਕਰ ਸਾਹਿਬ, ਸ਼ੁਰੂਆਤ ਆਪਾਂ ਫਿਰ ਭਾਰਤ ਭੂਸ਼ਣ ਆਸ਼ੂ ਹੋਰਾਂ ਤੋਂ ਕਰ ਲੈਂਦੇ ਆ। ਲੰਬੀ ਚੌੜੀ ਚਰਚਾ ਉਹਨਾਂ ਦੇ ਬਾਰੇ ਚੱਲਦੀ ਰਹੀ ਜਦੋਂ ਵਿਜੀਲੈਂਸ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਸੀਗਾ। ਕੋਈ ਕਹਿੰਦਾ ਸੀ 2500 ਕਰੋੜ ਦਾ ਘੁਟਾਲਾ ਹੈਗਾ, ਕੋਈ ਕਹਿੰਦਾ ਨਹੀਂ 25000 ਕਰੋੜ ਦਾ ਘੁਟਾਲਾ। ਉਹ ਕਹਿੰਦੇ ਨਹੀਂ, ਥੋੜਾ ਜਿਹਾ ਹੋਰ ਫਰੋਲੋਗੇ ਤਾਂ ਤੁਹਾਨੂੰ ਇਹਦੇ ਨਾਲ ਵੀ ਵੱਡਾ ਘੁਟਾਲਾ ਨਿਕਲ ਸਕਦਾ ਹੈ ਇਹਦੇ ਵਿੱਚੋਂ, ਕਿਉਂਕਿ ਮਾਮਲਾ ਮਾਲਦਾਰ ਵਿਭਾਗ ਦਾ ਆ। ਉਹ ਟੈਂਡਰ ਘੁਟਾਲੇ ਦੇ ਵਿੱਚ ਭਾਰਤ ਭੂਸ਼ਣ ਆਸ਼ੂ ਦੀ ਜ਼ਮਾਨਤ ਤਾਂ ਹੋ ਗਈ ਵਿਜੀਲੈਂਸ ਬਿਊਰੋ ਵਾਲੇ ਕੇਸ ਤੋਂ, ਆ ਹੁਣ ਨਵਾਂ ਰੇੜਕਾ ਪੈ ਗਿਆ, ਈਡੀ ਨੇ ਛਾਪਾ ਮਾਰ ਘੱਤਿਆ। ਬਿਲਕੁਲ ਜਿਸ ਤਰੀਕੇ ਨਾਲ ਭਾਰਤ ਭੂਸ਼ਣ ਆਸ਼ੂ, ਤੁਹਾਨੂੰ ਯਾਦ ਹੋਏਗਾ ਭਾਰਤ ਭੂਸ਼ਣ ਆਸ਼ੂ ਨੂੰ ਅਰੈਸਟ ਕਰਨ ਤੋਂ ਕੁਝ ਦਿਨ ਪਹਿਲਾਂ ਸਾਧੂ ਸਿੰਘ ਧਰਮਸਾਤ ਜਿਹੜੇ ਪੂਰਵ ਕਾਂਗਰਸ ਦੇ ਮੰਤਰੀ ਹੁੰਦੇ ਸੀ, ਉਹਨਾਂ ਨੂੰ ਵਿਜੀਲੈਂਸ ਬਿਊਰੋ ਦੇ ਅਫਸਰਾਂ ਨੇ ਕਹਿ ਲਓ ਜਾਂ ਮੁਲਾਜ਼ਮਾਂ ਨੇ ਕਹਿ ਲਓ ਕੰਧ ਟੱਪ ਕੇ ਰਾਤੀ 3 ਵਜੇ ਉਹਨਾਂ ਦੇ ਘਰੋਂ ਗ੍ਰਿਫਤਾਰ ਕੀਤਾ ਸੀ। ਆਸ਼ੂ ਉਹਨਾਂ ਚਰਚਾ ਦੇ ਵਿੱਚ ਆਏ ਸੀ ਜਦੋਂ ਵਿਜੀਲੈਂਸ ਭਵਨ ਦੇ ਸਾਹਮਣੇ ਚੰਡੀਗੜ੍ਹ ਦੇ ਵਿੱਚ ਧਰਨਾ ਦੇ ਕੇ ਘਰ ਪਹੁੰਚਦੇ ਹੀ ਨੇ ਤੇ ਵਾਲ ਕਟਾਉਣ ਜਾਂਦੇ ਨੇ ਤੇ ਨਾਈ ਦੀ ਦੁਕਾਨ ਤੋਂ ਫੜ ਲਿੱਤੇ ਜਾਂਦੇ ਨੇ। ਔਰ ਉਸ ਤੋਂ ਬਾਅਦ ਆਸ਼ੂ ਉਹਨਾਂ ਨੂੰ ਅੰਦਰ ਵੀ ਜਾਣਾ ਪਿਆ, 3 4 5 6 ਮਹੀਨੇ ਉਹ ਅੰਦਰ ਰਹਿ ਕੇ ਆਏ। ਉਸ ਤੋਂ ਬਾਅਦ ਆਸ਼ੂ ਉਹਨਾਂ ਦਾ ਨਾਂ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਵੀ ਔਰ ਉਸ ਇਨਵੈਸਟੀਗੇਸ਼ਨ ਦੇ ਵਿੱਚ ਵੀ ਇੱਦਾਂ ਲੱਗਿਆ ਸੀ ਵੀ ਖਤਮ ਜਿਹਾ ਹੋ ਗਈ ਐਂਟਰੀ ਈਡੀ ਦੀ। ਔਰ ਹੋਣੀ ਕਿਉਂ ਨਹੀਂ ਸੀ? ਕਿਉਂਕਿ ਪਹਿਲੇ ਹੀ ਇਸ ਗੱਲ ਦੀ ਆਸ਼ੰਕਾ ਸੀਗੀ ਕਿ ਈਡੀ ਨੇ ਜਿਸ ਤਰੀਕੇ ਨਾਲ ਵਿਜੀਲੈਂਸ ਬਿਊਰੋ ਤੋਂ ਸਾਰੀ ਫਾਈਲਾਂ ਮੰਗ ਲਈਆਂ, ਇੱਕ ਜਿਹੜੀ ਪ੍ਰਾਪਰਟੀ ਹੈਗੀ ਆ ਆਸ਼ੂ ਦੀ ਜਿਹਦੀ ਪੈਮਾਇਸ਼ ਵਿਜੀਲੈਂਸ ਕਰਦੀ ਸੀ ਤੇ ਨਾਲ ਦੇ ਨਾਲ ਬਾਹਰ ਈਡੀ ਵਾਲੇ ਵੀ ਖੜ ਕੇ ਵੇਟ ਕਰਦੇ ਸੀ ਕਦੋਂ ਇਹ ਵਿਜੀਲੈਂਸ ਵਾਲੇ ਜਾਣਗੇ ਤੇ ਆਪਾਂ ਆਪਣੀ ਪੈਮਾਇਸ਼ ਸ਼ੁਰੂ ਕਰਾਂਗੇ। ਤੇ ਉਹ ਦਿਨ ਜਿਸ ਦਿਨ ਦੀ ਵੇਟ ਸੀਗੀ ਉਹ ਈਡੀ ਹੁਣ ਆਸ਼ੂ ਉਹਨਾਂ ਦੀ ਪ੍ਰਾਪਰਟੀਜ਼ ਦੇ ਉੱਤੇ, ਘਰ ਦੇ ਉੱਤੇ, ਉਹਨਾਂ ਦੀ ਬਿਜ਼ਨਸ ਐਸਟੈਬਲਿਸ਼ਮੈਂਟ ਦੇ ਉੱਤੇ ਇੱਕ ਛਾਪਾ ਕਹਿ ਲਓ, ਰੇਡ ਕਹਿ ਲਓ, ਮਾਰੀ ਫੇਰੇ। ਹਜੇ ਤੱਕ ਰੇਡ ਤੇ ਚੱਲ ਰਹੀ ਹੈ, ਪਰ ਆਸ਼ੂ ਉਹਨਾਂ ਦੀ ਮੁਸੀਬਤਾਂ ਹੁਣ ਈਡੀ ਦੀ ਵੱਲੋਂ ਵੱਧ ਸਕਦੀਆਂ, ਵੱਧ ਰਹੀਆਂ ਔਰ ਵਧਣਗੀਆਂ। ਇਸ ਗੱਲ ਦੀ ਕੰਸੋ ਸਾਨੂੰ ਲੱਗੀ ਹੈ। ਹਜੇ ਤੱਕ ਰਿਕਵਰੀ ਈਡੀ ਨੂੰ ਕੀ ਹੋਈ ਹੈ ਆਸ਼ੂ ਉਹਨਾਂ ਦੀ ਇਹਨਾਂ ਪ੍ਰਾਪਰਟੀਜ਼ ਦੇ ਵਿੱਚੋਂ, ਪਰ ਆਹ ਗੱਲ ਸਾਫ਼ ਹੈ ਕਿ ਹੁਣ ਈਡੀ ਦਾ ਸ਼ਿਕੰਜਾ, ਕਿਉਂਕਿ ਈਡੀ ਦੇ ਕੇਸ ਵਿੱਚ ਈਡੀ ਦੇ ਝਮੇਲੇ ਦੇ ਵਿੱਚ ਤੇ ਹੁਣ ਮਨੀਸ਼ ਸਿਸੋਦੀਆ ਜਾਂ ਫਿਰ ਉਸ ਤੋਂ ਪਹਿਲੇ ਜਿਹੜੇ ਜੈਨ ਸਾਹਿਬ ਸੀਗੇ ਮੰਤਰੀ ਸਾਹਿਬ ਸਤਿੰਦਰ ਜੈਨ ਦਿੱਲੀ ਦੇ, ਉਹ ਵੀ ਇੱਕ ਵਾਰ ਘੇਰੇ 'ਚ ਆਏ ਤੇ ਅੱਜ ਤੱਕ ਬਾਹਰ ਨਹੀਂ ਆ ਪਾਏ। ਪਰ ਚਲੋ ਹੁਣ ਇਹ ਗੱਲਾਂ ਸ਼ੁਰੂ ਹੋਈ ਹੈ। ਇਹ ਕਹਿਣਾ ਬਹੁਤ ਜਲਦੀ ਹੋਏਗਾ ਕਿ ਈਡੀ ਨੂੰ ਕੀ ਲੱਭਿਆ
ਪਰ ਨਾਲ ਦੇ ਨਾਲ ਓਪੀ ਸੋਨੀ ਜਿਹੜੇ ਆਲਰੇਡੀ ਵਿਜੀਲੈਂਸ ਬਿਊਰੋ ਦੀ ਹਿਰਾਸਤ ਦੇ ਵਿੱਚ ਨੇ, ਪਰ ਜਦੋਂ ਤੋਂ ਉਹਨਾਂ ਨੂੰ ਫੜਿਆ ਹੈ ਉਹ ਅੰਮ੍ਰਿਤਸਰ ਦੇ ਇੱਕ ਹਸਪੀਟਲ ਦੇ ਵਿੱਚ ਇਲਾਜ ਕਰਾ ਰਹੇ ਨੇ। ਉਸ ਮੁੱਦੇ ਦੇ ਉੱਤੇ ਵੀ ਫਾਸਟ ਟਰੈਕ ਕੋਰਟ ਦੇ ਵਿੱਚ ਇਹ ਮਾਮਲਾ ਲਿਜਾਣ ਦੀ ਗੱਲਾਂ ਤੇ ਪੰਜਾਬ ਸਰਕਾਰ ਜਾਂ ਵਿਜੀਲੈਂਸ ਬਿਊਰੋ ਨੇ ਕੀਤੀ ਸੀ। ਨਾਲ ਦੇ ਨਾਲ ਉਹਨਾਂ ਦੇ ਕੇਸ ਦੇ ਵਿੱਚ ਵੀ ਈਡੀ ਦੀ ਐਂਟਰੀ ਕਦੀ ਵੀ ਹੋ ਸਕਦੀ ਹੈ। ਉਹਨਾਂ ਤਮਾਮ ਮਾਮਲਿਆਂ ਦੇ ਵਿੱਚ, ਜਿਨ੍ਹਾਂ ਮਾਮਲਿਆਂ ਦੇ ਵਿੱਚ ਜਾਇਦਾਦ ਵੱਡੀ ਸਾਰੀ ਹੈ, ਪੈਸਾ ਵੱਡਾ ਸਾਰਾ ਖੁਰਦਪੁਰ ਹੋਇਆ, ਤੇ ਉੱਥੇ ਈਡੀ ਦੀ ਐਂਟਰੀ ਤੇ ਲਾਜ਼ਮੀ ਹੈ। ਔਰ ਈਡੀ ਦੀ ਕੰਮਕਾਜ ਦੇ ਤਰੀਕੇ ਦੇ ਬਾਰੇ 'ਚ ਅਸੀਂ ਆਪਣੇ ਪ੍ਰੋਗਰਾਮ ਦੇ ਵਿੱਚ ਪਹਿਲੇ ਵੀ ਗੱਲ ਕਰ ਚੁੱਕੇ ਹਾਂ। ਈਡੀ ਡਾਇਰੈਕਟਲੀ ਕਿਸੇ ਵੀ ਜਗ੍ਹਾ ਤੇ ਸਿਰੇਟ ਨਹੀਂ ਮਾਰਦੀ, ਔਰ ਜਦ ਤੱਕ ਕੋਈ ਹੋਰ ਇਨਵੈਸਟੀਗੇਟਿੰਗ ਏਜੰਸੀ, ਭਾਵੇਂ ਉਹ ਪੁਲਿਸ ਹੋਏ, ਭਾਵੇਂ ਉਹ ਸੀਬੀਆਈ ਹੋਏ, ਜਾਂ ਫਿਰ ਹੋਰ ਕੋਈ ਇਸ ਤਰ੍ਹਾਂ ਦਾ ਮਾਮਲਾ ਜਿਹਦੇ ਵਿੱਚ ਐਮਬੈਜ਼ਲਮੈਂਟ ਜਾਂ ਮਨੀ ਦੀ ਇਨਵੋਲਵਮੈਂਟ 35 ਲੱਖ ਤੋਂ ਜ਼ਿਆਦਾ ਹੈ, ਉੱਥੇ ਈਡੀ ਕਦੀ ਵੀ ਐਂਟਰ ਕਰ ਸਕਦੀ ਹੈ। ਔਰ ਆਸ਼ੂ ਦੇ ਕੇਸ ਦੇ ਉੱਤੇ ਤੇ ਵਿਜੀਲੈਂਸ ਆਪਣਾ ਕੇਸ ਵੱਖਰੇ ਤੌਰ ਤੇ ਉਹਨਾਂ ਦੇ ਖਿਲਾਫ ਤੋਰ ਹੀ ਰਿਹਾ। ਹੁਣ ਈਡੀ ਨੇ ਵੀ ਇੱਕ ਫਾਈਲ ਖੋਲ੍ਹਤੀ ਹੈ, ਔਰ ਇਹ ਗੱਲ ਇਸ ਕਰਕੇ ਵੀ ਜ਼ਿਕਰਯੋਗ ਹੈ ਕਿ ਤੁਹਾਨੂੰ ਯਾਦ ਹੋਏਗਾ ਬਿਕਰਮ ਸਿੰਘ ਮਜੀਠੀਆ ਉਹਨਾਂ ਦੇ ਖਿਲਾਫ ਡਰੱਗ ਦੀ ਕੰਪਲੇਂਟ ਸ਼ੁਰੂ ਈਡੀ ਨੇ ਕੀਤੀ ਸੀ, ਪਰ ਈਡੀ ਆਪਣੀ ਹੀ ਕੀਤੀ ਹੋਈ ਇਨਵੈਸਟੀਗੇਸ਼ਨ ਦੇ ਉੱਤੇ ਬਹੁਤੀ ਅੱਗੇ ਤੇ ਨਹੀਂ ਵਧੀ। ਪਰ ਪੰਜਾਬ ਸਰਕਾਰ, ਭਾਵੇਂ ਪੋਲੀਟੀਕਲ ਕਾਰਨ ਕਥਿਤ ਤੌਰ ਤੇ ਹੋਣ, ਉਹ ਉਸ ਕੇਸ ਦੇ ਵਿੱਚ ਇੱਕ FIR ਦੇ ਜ਼ਰੀਏ ਅੱਗੇ ਜ਼ਰੂਰ ਵਧਦੇ ਨੇ, ਪਰ ਉਹ ਇਨਵੈਸਟੀਗੇਸ਼ਨ ਉੱਥੇ ਦੀ ਉੱਥੇ ਹਜੇ ਤੱਕ ਰੁਕੀ ਹੋਈ ਹੈ। ਭਾਵੇਂ ਉਹ ਈਡੀ ਦੇ ਦਫ਼ਤਰ ਹੋਣ। ਭਾਸਕਰ ਸਾਹਿਬ, ਪੋਲੀਟੀਕਲ ਕਾਰਨ ਮੰਨੇ ਜਾ ਸਕਦੇ। ਈਡੀ ਦੀਆਂ ਗਤੀਵਿਧੀਆਂ ਨੂੰ ਲੈ ਕੇ ਵੀ ਕਈ ਤਰੀਕੇ ਦੇ ਪੋਲੀਟੀਕਲ ਕਾਰਨਾਂ ਦੀ ਚਰਚਾ ਚੱਲਦੀ ਹੈ, ਕਿਉਂਕਿ ਤੁਸੀਂ ਕਿਹਾ 35 ਲੱਖ ਤੋਂ ਵੱਧ ਜਾਂਦੀ ਹੈ ਜਿੱਥੇ ਕੋਈ ਰਕਮ, ਤੇ ਉੱਥੇ ਫਿਰ ਈਡੀ ਦੀ ਇਨਵੋਲਵਮੈਂਟ ਹੋ ਜਾਂਦੀ ਹੈ। ਕਰਨਾਟਕਾ ਦੇ ਵਿੱਚ ਇੱਕ ਬੀਜੇਪੀ ਦੇ MLA ਦੇ ਕੋਲੋਂ 40 ਲੱਖ ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਉਹਨੂੰ ਗ੍ਰਿਫਤਾਰੀ ਕੀਤੀ ਜਾਂਦੀ, ਲੋਕਾਯੁਕਤ ਦੇ ਵੱਲੋਂ ਗ੍ਰਿਫਤਾਰੀ ਜਿਹੜੀ ਕੀਤੀ ਜਾਂਦੀ, ਮੁੜ ਕੇ 8 ਕਰੋੜ ਮਿਲਦਾ। ਈਡੀ ਦੀ ਉੱਥੇ ਕਿਤੇ ਵੀ ਐਂਟਰੀ ਹੁੰਦੀ ਜਿਹੜੀ ਆ ਉਹ ਨਜ਼ਰ ਨਹੀਂ ਆਉਂਦੀ, ਤੇ ਇੱਧਰ ਲੱਭਿਆ ਤਾਂ ਕੁਝ ਨਹੀਂ ਆ, ਪਰ ਈਡੀ ਦੀ ਐਂਟਰੀ ਜ਼ਰੂਰ ਹੋ ਰਹੀ ਹੈ। ਚਾਹੇ ਤੁਸੀਂ ਸੋਨੀ ਹੋਰਾਂ ਵਾਲੇ ਮਾਮਲੇ 'ਚ ਕਹਿੰਦੇ, ਚਾਹੇ ਅੱਜ ਭਾਰਤ ਭੂਸ਼ਣ ਆਸ਼ੂ ਦੇ ਛਾਪਾ ਪੈ ਗਿਆ। ਤੁਸੀਂ ਇਹ ਦੇਖੋ ਕਿ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਸੋਸ਼ਲ ਮੀਡੀਆ ਨੂੰ ਦੇਖੋਗੇ ਤੇ ਉੱਥੇ ਈਡੀ ਨੂੰ ਲੈ ਕੇ ਕਈ ਖਬਰਾਂ, ਕਈ ਵੀਡੀਓ ਹੈਗੀਆਂ, ਔਰ ਤਕਰੀਬਨ 6 ਮਹੀਨੇ ਪਹਿਲੇ ਈਡੀ ਦੇ ਰਿਗਾਰਡਿੰਗ ਇਹ ਖਬਰ ਸੋਸ਼ਲ ਮੀਡੀਆ ਤੇ ਚੱਲਦੀ ਸੀਗੀ ਕਿ ਹੁਣ ਆਉਣ ਵਾਲੀ 2024 ਦੀ ਇਲੈਕਸ਼ਨ ਵਾਸਤੇ ਈਡੀ ਦੇ ਨਾਲ ਰਲ ਕੇ ਕੇਂਦਰ ਸਰਕਾਰ ਤਿਆਰੀ ਕਰ ਰਹੀ ਹੈ, ਔਰ ਜਿਹੜੇ ਸੂਬਿਆਂ ਦੇ ਵਿੱਚ ਭਾਜਪਾ ਸਸ਼ਕਤ ਨਹੀਂ ਹੈ ਉੱਥੇ ਈਡੀ ਦੀ ਫ੍ਰੀ ਐਂਟਰੀ ਹੋਏਗੀ। ਔਰ ਉਹ ਐਂਟਰੀ ਪਿਛਲੇ ਦਿਨਾਂ ਦੇ ਵਿੱਚ ਦੇਖੀ ਵੀ, ਜਦ ਝਾਰਖੰਡ ਤੋਂ ਲੈ ਕੇ ਛੱਤੀਸਗੜ੍ਹ ਤੋਂ ਲੈ ਕੇ ਵੈਸਟ ਬੰਗਾਲ, ਇਹਨਾਂ ਤਿੰਨਾਂ ਸੂਬਿਆਂ ਦੇ ਵਿੱਚ ਜਿੱਥੇ ਗੈਰ ਭਾਜਪਾ ਸਰਕਾਰ ਹੈ ਉੱਥੇ ਈਡੀ ਦੀ ਐਂਟਰੀ ਹੁੰਦੀ ਹੈ। ਔਰ ਇਹ ਮਾਮਲਾ ਜਦ ਕੋਰਟਾਂ ਦੇ ਵਿੱਚ ਵੀ ਜਾਂਦਾ ਹੈ ਤੇ ਉਹ ਗੁਹਾਰ ਲਗਾਈ ਜਾਂਦੀ ਹੈ ਉਹਨਾਂ ਸ਼ਿਕਾਇਤਕਰਤਾ ਵਰਗੋਂ ਕਿ ਇਹ 3 ਮੁੱਖ ਮੰਤਰੀ ਨੂੰ ਹੁਣ ਅੰਦਰ ਕਰਨ ਦੀ ਤਿਆਰੀ ਚੱਲ ਰਹੀ ਹੈ। ਔਰ ਜਿੱਥੇ ਤੱਕ ਝਾਰਖੰਡ ਦੇ ਹੇਮੰਤ ਸੋਰੇਨ ਦੀ ਗੱਲ ਹੈਗੀ ਹੈ, ਉਹਨਾਂ ਨੇ ਤੇ ਖੁੱਲੇ ਤੌਰ ਤੇ ਈਡੀ ਨੂੰ ਚੈਲੰਜ ਕਰਤਾ ਸੀਗਾ ਕਿ ਵੀ ਬੁਲਾਣਾ ਚਾਹੇ ਨਹੀਂ ਆਉਂਦੇ। ਹੁਣ ਤੇ ਉਹ ਟਕਰਾਵ ਦੇ ਮੂਡ ਦੇ ਵਿੱਚ ਵੀ ਦੇਖੇ ਜਾਂਦੇ ਸੀ। ਔਰ ਵੈਸਟ ਬੰਗਾਲ ਦੇ ਵਿੱਚ ਅਭਿਸ਼ੇਕ ਬੈਨਰਜੀ ਜਿਹੜੇ ਮਮਤਾ ਬੈਨਰਜੀ ਦੇ ਭਾਂਜੇ ਹੈਗੇ ਨੇ, ਉਹਨਾਂ ਦੇ ਉੱਤੇ ਕਿਸ ਤਰੀਕੇ ਨਾਲ ਈਡੀ ਦੀ ਰੇਡ ਪਈ ਔਰ ਈਡੀ ਦੇ ਦਫ਼ਤਰ ਦੇ ਵਿੱਚ ਉਹਨਾਂ ਦਾ ਆਣਾ ਜਾਣਾ ਅਕਸਰ ਲੱਗਿਆ ਰਹਿੰਦਾ ਹੈ। ਹੁਣ ਗੱਲ ਝਾਰਖੰਡ ਦੇ ਵਿੱਚ ਵੀ, ਛੱਤੀਸਗੜ੍ਹ ਦੇ ਵਿੱਚ ਵੀ ਜਿਸ ਤਰੀਕੇ ਨਾਲ ਜਿਹੜੇ ਬਘੇਲਾ ਸਾਹਿਬ ਦੀ ਸਰਕਾਰ ਦੇ ਉੱਤੇ ਸ਼ਰਾਬ ਦੇ ਮਾਮਲੇ ਦੇ ਵਿੱਚ ਜਿਸ ਤਰੀਕੇ ਨਾਲ ਰੇਡ ਰੂਡ ਪਈਆਂ, ਉਹਨਾਂ ਦੇ OSD ਜਿਹੜੇ ਨੇੜਲੇ ਬੰਦੇ ਆ ਉਹਨਾਂ ਦੇ ਉੱਤੇ ਛਾਪੇ ਮਾਰੇ। ਉਸ ਤੋਂ ਇਲਾਵਾ ਤੁਸੀਂ ਇਹ ਦੇਖੋ ਕਿ ਈਡੀ ਨੇ ਤੇ ਇੱਕ ਕੌਗਨੀਜੈਂਸ ਉੱਤਰ ਪ੍ਰਦੇਸ਼ ਦੇ ਵਿੱਚ ਵੀ ਕਿ ਉਹਨਾਂ ਸ਼ਰਾਬ ਦੀ ਬੋਤਲਾਂ ਦੇ ਵਿੱਚ ਹੋਲੋਗ੍ਰਾਮ ਨੋਇਡਾ ਦੇ ਵਿੱਚ ਛਪੇ ਸੀਗੇ, ਔਰ ਹੋਲੋਗ੍ਰਾਮ ਕਿਉਂਕਿ ਨੋਇਡਾ ਦੇ ਵਿੱਚ ਛਪੇ ਸੀ ਉਹ ਫੇਕ ਸੀਗੇ, ਤੇ ਈਡੀ ਨੇ ਉਸੇ ਕੇਸ ਦੇ ਵਿੱਚ ਉੱਤਰ ਪ੍ਰਦੇਸ਼ ਦੀ ਨੋਇਡਾ ਦੀ ਇੱਕ ਫੈਕਟਰੀ ਤੱਕ ਵੀ ਰੇਡ ਪਾਤੀ। ਔਰ ਈਡੀ ਦੇ ਡਾਇਰੈਕਟਰ ਨੂੰ ਲੈ ਕੇ ਜੋ ਕਵਾਇਦ ਚੱਲ ਰਹੀ ਹੈ ਉਹਦੀ ਗੱਲਾਂ ਤੇ ਹੁਣ ਅਗਲੇ ਸੈਗਮੈਂਟ ਵਿੱਚ ਕਰਾਂਗੇ। ਲੇਕਿਨ ਈਡੀ ਦੀ ਤੇਜ਼ੀ, ਜਿੱਦਾਂ ਈਡੀ ਤੇਜ਼ ਹੁੰਦੀ ਹੈ ਨਾ, ਤੁਸੀਂ ਇਹ ਸਮਝੋ ਕਿ ਹੁਣ ਇਲੈਕਸ਼ਨ ਆਉਣ ਵਾਲੇ ਨੇ ਤੇ ਇਲੈਕਸ਼ਨ 6 ਮਹੀਨੇ 8 ਮਹੀਨੇ 10 ਮਹੀਨੇ ਦੂਰ ਹੈਗੇ ਨੇ, ਪਰ ਹਾਂ ਈਡੀ ਹੁਣ ਤੇਜ਼ ਹੋ ਗਈ। ਈਡੀ ਤੇਜ਼ ਵੀ ਹੋਏਗੀ ਤੇ ਈਡੀ ਦੇ ਛਾਪਿਆਂ ਦੇ ਜਿਹੜੇ ਲਕਸ਼ ਹੋਣਗੇ, ਨਿਸ਼ਾਨੇ ਹੋਣਗੇ, ਤੁਹਾਨੂੰ ਬੀਜੇਪੀ ਕਿਤੇ ਨਹੀਂ ਲੱਭੇਗੀ, ਤੁਹਾਨੂੰ ਬੀਜੇਪੀ ਦੀ ਭਾਈਵਾਲ ਪਾਰਟੀ ਕਿਤੇ ਨਹੀਂ ਲੱਭੇਗੀ। ਹਾਂ, ਇੰਡੀਆ ਗਰੁੱਪ ਦੇ ਵਿੱਚ ਜਿੰਨੀਆਂ ਪਾਰਟੀਆਂ ਹੈਗੀਆਂ ਤੁਹਾਨੂੰ ਸਾਰੀਆਂ ਪਾਰਟੀਆਂ ਦੇ ਲੀਡਰਾਂ ਦੇ ਇੱਕ ਇੱਕ ਕਰਕੇ ਜਿਹੜਾ ਉਹ ਛਾਪੇ ਪੈਂਦੇ ਜ਼ਰੂਰ ਨਜ਼ਰ ਆਉਣਗੇ। ਇਸੇ ਕਰਕੇ ਇੰਡੀਆ ਗਰੁੱਪ ਦੇ ਬਹੁਤੇ ਲੀਡਰ ਇਹ ਕਹਿੰਦੇ ਕਿ ਈਡੀ ਐਨਫੋਰਸਮੈਂਟ ਡਾਇਰੈਕਟੋਰੇਟ ਨਹੀਂ ਹੋਣਾ, ਬੀਜੇਪੀ ਦੀ ਇਲੈਕਸ਼ਨ ਡਿਪਾਰਟਮੈਂਟ ਜਿਹੜੀ ਆ ਉਹ ਬਣ ਚੁੱਕੀ ਹੈ। ਸੋ ਬਾਕੀ ਦੇਖਦੇ ਆ ਕਿੰਨੀ ਕੁ ਸਰਗਰਮੀ ਈਡੀ ਦਿਖਾਉਂਦੀ ਹੈ ਤੇ ਉਹਦੇ ਤੋਂ ਬਾਅਦ ਕਿੱਦਾਂ ਦੀਆਂ ਸਥਿਤੀਆਂ ਬਣਦੀਆਂ, ਪਰ ਕਿੰਨੀ ਚਿਰ ਚੋਣ ਜ਼ਾਬਤਾ ਲੱਗਣ ਤੱਕ ਜਾਂ ਉਹਦੇ ਤੋਂ ਬਾਅਦ ਕਿਹੋ ਜਿਹੀਆਂ ਸਥਿਤੀਆਂ, ਪਹਿਲਾਂ ਕਿੰਨਿਆਂ ਕੁ ਨੂੰ ਚੱਕ ਲਿਆ ਜਾਂਦਾ, ਕਿਉਂਕਿ ਹੁਣ ਤਾਂ ਮੁੱਖ ਮੰਤਰੀਆਂ ਦੀ ਗ੍ਰਿਫਤਾਰੀ ਦੀ ਚਰਚਾ ਚੱਲ ਪਈ ਹੈ। ਫਿਲਹਾਲ ਆਪਾਂ ਜ਼ਿਕਰ ਹੜ੍ਹ ਤੇ ਹੋ ਰਹੀ ਸਿਆਸਤ ਦਾ ਕਰਨਾ ਆ
ਕਿਉਂਕਿ ਅੱਜ ਫੇਰ ਹਿਮਾਚਲ ਦੇ ਵਿੱਚ 2 ਥਾਵਾਂ ਤੇ ਬੱਦਲ ਫਟਿਆ ਤੇ ਲੋਕਾਂ ਦੇ ਘਰ ਤਾਸ਼ ਦੇ ਪੱਤਿਆਂ ਵਾਂਗ ਉਸ ਪਾਣੀ ਦੇ ਵਿੱਚ ਹੜ ਗਏ। ਪਰ ਇਧਰਲੇ ਪਾਸੇ ਸਾਡੇ ਸਿਆਸਤਦਾਨਾਂ ਦੀ ਸਿਆਸਤ ਲੋਟ ਨਹੀਂ ਆ ਰਹੀ। ਜ਼ਿਕਰ ਛੇੜਦੇ ਹਾਂ ਛੋਟੇ ਜਿਹੇ ਵਿਰਾਮ ਤੋਂ ਬਾਅਦ। ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ। ਹੜ ਤੇ ਸਿਆਸਤ। ਹੜ ਹੱਲਾ ਮਾਰਦਾ ਆ, ਬੰਨ ਤੋੜਦਾ ਆ, ਲੋਕਾਂ ਦੇ ਘਰਾਂ 'ਚ ਪਾਣੀ ਵੜ ਜਾਂਦਾ ਤੇ ਲੋਕਾਂ ਨੂੰ ਘਰੋਂ ਬੇਘਰ ਕਰ ਦਿੰਦਾ। ਸਾਡੀ ਸਿਆਸਤ ਦੇ ਤਾਂ ਬੰਨੇ ਕਦੋਂ ਦੇ ਟੁੱਟੇ ਹੋਇਆ, ਇਹਦਾ ਤਾਂ ਪਾਣੀ ਨਿਸ਼ੰਗ ਤੁਰਿਆ ਫਿਰਦਾ ਤੇ ਲੋਕ ਵੀ ਹੁਣ ਆਦੀ ਜਿਹਾ ਹੋ ਗਿਆ ਕਿ ਆਹ ਪਾਣੀ ਤਾਂ ਇੰਜ ਫਿਰਦਾ ਰਹਿਣਾ, 2-4 ਇੱਟਾਂ ਉੱਟਾਂ ਇੱਧਰ ਉੱਧਰ ਟਿਕਾ ਕੇ, ਜਿੱਦਾਂ ਸਾਡੇ ਗਲੀਆਂ ਦੇ ਵਿੱਚ ਅਕਸਰ ਹੁੰਦਾ ਕਿ ਜੇ ਪਾਣੀ ਓਵਰਫਲੋ ਹੁੰਦਾ ਆ ਤੇ ਅਸੀਂ ਪੱਕੇ ਤੌਰ ਤੇ ਉੱਥੇ 2-4 ਇੱਟਾਂ ਟਿਕਾ ਦਿੰਦੇ ਕਿ ਘਰ ਤੱਕ ਪਹੁੰਚਣ ਲਈ ਕੋਈ ਨਾ ਪੈਰ ਟਿਕਾਉਣ ਦੀ ਥਾਂ ਬਣਾ ਲਈ ਆ, ਬਾਕੀ ਦੇਖੀ ਜੋ ਜਦੋਂ ਸੁਧਰੇਗਾ। ਲੋਕ ਵੀ ਇੰਜ ਬਣਾ ਕੇ ਬੈਠ ਗਏ। ਪਰ ਕੀ ਬੰਨ ਟੁੱਟਣ ਤੇ ਵੀ ਸਿਆਸਤ ਕੀਤੀ ਜਾਂਦੀ ਹੈ? ਸਭਰਾਵਾਂ ਦੇ ਵਿੱਚ ਬੰਨ ਟੁੱਟਦਾ ਆ, ਉੱਥੇ ਬੰਨ ਮਾਰਨ ਲਈ ਕਾਰ ਸੇਵਾ ਵਾਲੇ ਬਾਬੇ ਰਾਣਾ ਗੁਰਜੀਤ ਸਿੰਘ ਨੂੰ ਕਹਿੰਦੇ ਆ ਕਿ ਭਾਈ ਭੇਜ ਦਿਓ ਮਸ਼ੀਨ, ਤੁਹਾਡੇ ਕੋਲ ਹੈਗੀ ਆ। ਉਹ ਮਸ਼ੀਨ ਉੱਥੇ ਟਰੱਕ 'ਚ ਲੱਦ ਕੇ ਲਿਜਾਈ ਜਾਂਦੀ ਹੈ ਤੇ ਜਦੋਂ ਚਲਾਉਣ ਲੱਗਦੇ ਆ, ਭਾਸਕਰ ਸਾਹਿਬ, ਪਤਾ ਲੱਗਦਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਉੱਥੇ ਖੜਾ ਸੀ ਮੰਤਰੀ, ਮੀਡੀਆ ਨਾਲ ਕਰ ਰਿਹਾ ਸੀ ਗੱਲਬਾਤ, ਤੇ ਹੁਣ ਮਸ਼ੀਨ ਗਈ ਹੈ ਤੇ ਰਾਣਾ ਗੁਰਜੀਤ ਹੋਰੀ ਵੀ ਨਾਲ ਹੀ ਤੁਰ ਪਏ ਉੱਥੇ। ਤੇ ਇਹ ਹੁਣ ਮਸ਼ੀਨ ਜਾਂਦੀ, ਫਿਰ ਉਹ ਲੀਡਰਾਂ ਨੂੰ ਸਾਰਿਆਂ ਨੂੰ ਹੀ ਇਹ ਹੁੰਦਾ ਹੈ ਕਿ ਭਾਈ ਕੁਝ ਨਾ ਕੁਝ ਕਿਤੇ ਨਾ ਕਿਤੇ ਤਾਂ ਲੋਕਾਂ ਦੇ ਵਿੱਚ ਸੰਕੇਤ ਜਾਣਾ ਚਾਹੀਦਾ। ਉੱਥੇ ਲੋਕਾਂ ਦੀ ਮਦਦ ਦੂਜੇ ਦਰਜੇ ਤੇ ਚਲੇਗੀ ਤੇ 2 ਪਾਰਟੀਆਂ ਜਾਂ 2 ਲੀਡਰਾਂ ਜਾਂ ਲੀਡਰਾਂ ਦੇ ਸਮਰਥਕਾਂ ਦੀ ਈਗੋ ਜਿਹੜੀ ਆ ਉਹ ਟਕਰਾ ਗਈ ਤੇ ਕਹਿੰਦੇ ਮਸ਼ੀਨ ਨਹੀਂ ਚੱਲਣ ਦੇਣੀ। ਦੇਖੋ, ਪੰਜਾਬ ਦੇ ਵਿੱਚ ਲੰਗਰ ਲਾਉਣ ਦਾ ਇੱਕ ਰਿਵਾਜ ਹੈਗਾ ਔਰ ਅਕਸਰ ਲੰਗਰ ਕਈ ਜਗ੍ਹਾ ਲੱਗਦੇ ਵੀ ਹੈਗੇ ਨੇ। ਔਰ ਜਦ ਵੀ ਕੋਈ ਨੈਚੁਰਲ ਕੈਲਾਮਿਟੀ ਦੀ ਗੱਲ ਹੋਈ ਤੇ ਪੰਜਾਬੀ ਉੱਥੇ ਸਭ ਤੋਂ ਵੱਧ ਪਹੁੰਚਦੇ ਨੇ ਔਰ ਵਧੀਆ ਤੋਂ ਵਧੀਆ ਤਰੀਕੇ ਨਾਲ ਉੱਥੇ ਮਦਦ ਦੀ ਇੱਕ ਕੈਂਪੇਨ ਚਲਾਉਂਦੇ ਨੇ। ਹੁਣ ਪੰਜਾਬ ਦੇ ਵਿੱਚ ਹੜ੍ਹਾਂ ਦੇ ਹਾਲਾਤ ਹੋਏ ਸੀ, ਹੜ੍ਹ ਦੇ ਉੱਤੇ ਲੋਕਾਂ ਨੇ ਕਾਫੀ ਮਦਦ ਕੀਤੀ, ਪਰ ਨਾਲ ਦੇ ਨਾਲ ਹੜ੍ਹਾਂ ਦੇ ਉੱਤੇ ਸਿਆਸਤ ਦੀ ਹੜ੍ਹ ਵੀ ਆਈ ਸੀ। ਇਹਦਾ ਜ਼ਿਕਰ ਅਸੀਂ ਆਪਣੇ ਪ੍ਰੋਗਰਾਮ ਦੇ ਵਿੱਚ ਕਰਕੇ ਹਟੇ ਸੀ। ਹੁਣ ਸਿਆਸਤ ਨੇ ਇੱਕ ਨਵੀਂ ਹਾਈਟ ਲੈ ਲਈ ਹੈ। ਕੱਲ ਅਸੀਂ ਗੱਲ ਕੀਤੀ ਸੀ ਜਿਸ ਤਰੀਕੇ ਨਾਲ ਕਪੂਰਥਲਾ ਜ਼ਿਲ੍ਹੇ ਨੂੰ ਉਸ ਜਿਹੜੀ ਕੰਪਨਸੇਸ਼ਨ ਹੈ, ਜਿਹੜਾ 186 ਕਰੋੜ ਰੁਪਏ ਸਰਕਾਰ ਨੇ 16 ਜ਼ਿਲ੍ਹਿਆਂ ਵਾਸਤੇ ਜਾਰੀ ਕੀਤਾ ਹੈ, ਉਹਦੇ ਵਿੱਚ ਕਪੂਰਥਲਾ ਜ਼ਿਲ੍ਹੇ ਦਾ ਨਾਂ ਕਿਉਂ ਨਹੀਂ? ਉਹ ਵੀ ਤਦ ਜਦ ਸੁਲਤਾਨਪੁਰ ਲੋਧੀ ਦੇ ਵਿੱਚ ਮੈਕਸਿਮਮ ਲਾਸ ਹੋਇਆ ਹੈ ਔਰ ਉੱਥੇ ਇੱਕ ਇੰਡੀਪੈਂਡੈਂਟ MLA ਦੇ ਉੱਤੇ ਇਸ ਕਰਕੇ ਪਰਚਾ ਹੋ ਗਿਆ ਕਿ ਉਹਨੇ ਲੋਕਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕਰਨ ਦੇ ਵਾਸਤੇ ਉੱਥੇ ਇੱਕ ਬੰਨ ਨੂੰ ਤੋੜਿਆ ਔਰ ਉਸ ਬੰਨ ਨੂੰ ਬਣਾ ਵੀ ਉਹੀ MLA ਰਿਹਾ, ਪਰ ਪਰਚਾ ਉਹਦੇ ਖਿਲਾਫ ਖੜਾ ਹੈ। ਹੁਣ ਉਸੀ MLA ਦੇ ਪਿਤਾ ਸ਼੍ਰੀ ਰਾਣਾ ਗੁਰਜੀਤ ਉਹਨਾਂ ਦੇ ਉੱਤੇ ਵੀ, ਜਿਸ ਤਰ੍ਹਾਂ ਤੁਸੀਂ ਹੁਣੇ ਦੱਸ ਕੇ ਹਟੇ ਹੋ ਕਿ ਕਾਰ ਸੇਵਾ ਵਾਲੇ ਬਾਬਾ, ਉਹਨਾਂ ਨੇ ਤਰਨ ਤਾਰਨ ਦੇ ਵਿੱਚ ਜਿਹੜੀ ਬੰਨ ਦੇ ਵਿੱਚ ਆਈ ਜਿਹੜਾ ਢਹਿ ਗਿਆ ਸੀਗਾ ਬੰਨ, ਉਹਨੂੰ ਬਣਾਉਣ ਵਾਸਤੇ, ਉਹਨੂੰ ਦੁਬਾਰਾ ਬੰਨਣ ਵਾਸਤੇ ਰਾਣਾ ਗੁਰਜੀਤ ਉਹਨਾਂ ਦੀ ਮਦਦ ਮੰਗੀ, ਕਿਉਂਕਿ ਸੁਲਤਾਨਪੁਰ ਲੋਧੀ ਦੇ ਵਿੱਚ ਜਿਸ ਤਰੀਕੇ ਨਾਲ ਆਪਣੀ ਆਪ ਦੀ ਮਸ਼ੀਨਰੀ ਯੂਜ਼ ਕਰਕੇ ਬੰਨ ਨੂੰ ਬੰਨਣ ਦੀ ਕੋਸ਼ਿਸ਼ ਹੋ ਰਹੀ ਸੀ, ਉਹਦੇ ਤੋਂ ਬਾਬਾ ਜੀ ਵੀ ਇੰਪ੍ਰੈਸ ਹੋਏ ਔਰ ਰਾਣਾ ਜੀ ਨੂੰ ਵੀ ਸ਼ੌਂਕ ਹੈਗਾ ਮਦਦ ਕਰਨ ਦਾ। ਇਸ ਤਰ੍ਹਾਂ ਦੇ ਮੌਕੇ ਦੇ ਵਿੱਚ ਉਹ ਭਾਵੇਂ ਚਲੋ ਪੋਲੀਟੀਕਲ ਰੀਜ਼ਨ ਵੀ ਤਾਂ ਹੁੰਦਾ ਹੀ ਹੈ, ਪਰ ਪੋਲੀਟੀਕਲ ਰੀਜ਼ਨ ਤੋਂ ਇਲਾਵਾ ਜੇ ਰਾਣਾ ਗੁਰਜੀਤ ਸਿੰਘ ਤਰਨ ਤਾਰਨ ਵਾਲੇ ਏਰੀਏ ਦੇ ਵਿੱਚ, ਹਾਲਾਂਕਿ ਉਹਨਾਂ ਦੇ ਆਪ ਦੇ ਇੰਟਰਸਟ ਵੀ ਉੱਥੇ ਹੈਗੇ ਨੇ ਕਿਉਂਕਿ ਉਹਨਾਂ ਦੀ ਜਿਹੜੀ ਰਾਣਾ ਸ਼ੂਗਰ ਮਿਲ ਹੈ ਉਹ ਇਸ ਏਰੀਏ ਦੇ ਵਿੱਚ ਹੀ ਹੈਗੀ ਹੈ, ਉੱਥੇ ਉਹ ਮਸ਼ੀਨ ਭੇਜਦੇ ਨੇ। ਹਜੇ ਮਸ਼ੀਨ ਉਤਰ ਹੀ ਰਹੀ ਸੀ ਉੱਥੇ, ਤੇ ਸਰਕਾਰ ਦੇ ਮੰਤਰੀ ਲਾਲਜੀਤ ਭੁੱਲਰ ਜਿਨ੍ਹਾਂ ਦਾ ਉਹ ਇਲਾਕਾ ਪੈਂਦਾ ਹੈ, ਉਹ ਕਹਿੰਦੇ ਨਾ ਬਈ ਇੱਥੇ ਤੇ ਜੋ ਕੁਝ ਕਰਾਂਗੇ ਅਸੀਂ ਕਰਾਂਗੇ, ਜੇ ਨਹੀਂ ਵੀ ਕਰਾਂਗੇ ਤੇ ਅਸੀਂ ਨਹੀਂ ਕਰਾਂਗੇ। ਮੈਂ ਭਾਸਕਰ ਸਾਹਿਬ ਜਾਣਨ ਦੀ ਕੋਸ਼ਿਸ਼ ਕੀਤੀ ਰਾਣਾ ਗੁਰਜੀਤ ਹੋਰਾਂ ਤੋਂ ਕਿ ਮਾਮਲਾ ਕੀ ਸੀ। ਉਹ ਕਹਿੰਦੇ ਭੁੱਲਰ ਸਾਹਿਬ ਨਾਲ ਕੋਈ ਨਹੀਂ ਸਾਡਾ, ਉਹ ਕੋਈ ਇਦਾਂ ਦਾ ਇਤਰਾਜ਼ ਨਹੀਂ। ਇੰਜ ਆ ਕਹਿੰਦੇ ਕੁਝ ਨੇੜਲੇ ਬੰਦੇ ਜਿਹੜੇ ਸੀ ਉਹਨਾਂ ਦੇ, ਉਹ ਜਿਹੜੇ ਆਸੇ-ਪਾਸੇ ਤੁਰੇ ਫਿਰਦੇ ਆ, ਉਹਨਾਂ ਦੀ ਈਗੋ ਵੱਧ ਹਰਟ ਹੋਈ ਆ। ਸ਼ਾਇਦ ਭੁੱਲਰ ਹੋਰਾਂ ਨੂੰ ਤਾਂ ਇਸ ਗੱਲ ਦੇ ਉੱਤੇ ਬਹੁਤਾ ਇਤਰਾਜ਼ ਨਹੀਂ ਹੋਣਾ। ਤੇ ਦੂਜਾ, ਉਸ ਇਲਾਕੇ ਦੇ ਵਿੱਚ ਜਿਹੜੇ ਕਾਂਗਰਸ ਦੇ ਲੀਡਰ ਆ ਜਿਨ੍ਹਾਂ ਨੂੰ ਭੁੱਲਰ ਸਾਹਿਬ ਨੇ ਹਰਾਇਆ ਆ, ਉਹ ਵੀ ਕਿਤੇ ਨਾਲ ਹੋਣੇ ਆ, ਉਹਨਾਂ ਦੇ ਨਾਲ ਸਿਆਸੀ ਵਿਰੋਧਤਾਵਾਂ ਤਾਂ ਹੋਣਗੀਆਂ ਤੇ ਉਹ ਚੀਜ਼ਾਂ ਕਿਤੇ ਨਾ ਕਿਤੇ ਜ਼ਿਆਦਾ। ਪਰ ਜੋ ਵੀ ਹੋਵੇ, ਮੁਸ਼ਕਲ ਦੀ ਘੜੀ ਦੇ ਵਿੱਚ ਤਾਂ ਤੁਸੀਂ ਜੇ ਕੋਈ ਮਦਦ ਕਰਦਾ ਤੇ ਉਹਨੂੰ ਧੰਨਵਾਦ ਕਹਿਣਾ ਬਣਦਾ, ਤੇ ਮੁਸ਼ਕਲ ਦੀ ਘੜੀ ਦੇ ਵਿੱਚ ਵੀ ਜੇ ਤੁਹਾਡੀ ਸਿਆਸਤ ਚੱਲਦੀ ਆ, ਇਹ ਕਹਿੰਦੇ ਸਾਨੂੰ ਸਿਆਸਤ ਕਰਨੀ ਨਹੀਂ ਆਉਂਦੀ ਆਮ ਆਦਮੀ ਪਾਰਟੀ ਵਾਲਿਆਂ ਨੂੰ, ਇਹਨਾਂ ਨਾਲੋਂ ਫਿਰ ਤਗੜੀ ਸਿਆਸਤ ਕਰਦਾ ਕੋਈ ਨਹੀਂ ਹੈ ਜਿਹੜਾ ਇਦਾਂ ਦੇ ਮੌਕੇ ਵੀ ਕਹਿੰਦੇ ਨਹੀਂ ਚੱਲਣ ਦੇਣਾ ਕੁਝ ਵੀ।
ਸਿਆਸਤ ਹਰ ਪੋਲੀਟੀਕਲ ਪਾਰਟੀ ਪੜ੍ਹਦੀ ਹੈ ਔਰ ਹਰ ਪੋਲੀਟੀਸ਼ੀਅਨ ਕਹਿਲਾਂਦਾ ਹੀ ਇਸ ਕਰਕੇ ਹੈ ਕਿਉਂਕਿ ਉਹ ਸਿਆਸਤ ਦੇ ਵਿੱਚ ਮਾਹਿਰ ਹੁੰਦਾ ਹੈ। ਜਦ ਲੋਕ ਮੁਸੀਬਤ ਵਿੱਚ ਹੋਣ ਤੇ ਉਸ ਮੁੱਦੇ ਦੇ ਉੱਤੇ ਵੀ ਅਗਰ ਤੁਸੀਂ ਸਿਆਸਤ ਕਰੋ ਤੇ ਐਦਾਂ ਦੀ ਸਿਆਸਤ ਕਈ ਵਾਰ ਭਾਰੀ ਪੈ ਜਾਂਦੀ ਹੈ। ਕਾਰਨ ਲੋਕਾਂ ਨੂੰ ਮਦਦ ਦੀ ਆਸ ਹੈ, ਸਰਕਾਰ ਕਰੇ ਨਾ, ਕਿਸੇ ਹੋਰ ਨੂੰ ਕਰਨ ਨਹੀਂ ਦੇਣੀ। ਇਹ ਜਿਹੜੀ ਵੀਡੀਓ ਪਹਿਲੇ ਜਾਰੀ ਹੋਈ ਸੀ ਜਿਹਦੇ ਵਿੱਚ ਕਥਿਤ ਤੌਰ ਤੇ ਇਹ ਗੱਲ ਦੱਸਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਕਿ ਲੋਕ ਜਦ ਕੋਈ ਰਾਹਤ ਸਮੱਗਰੀ ਲੈ ਕੇ ਜਾਂਦੇ ਨੇ ਤੇ ਉੱਥੇ ਆਮ ਆਦਮੀ ਪਾਰਟੀ ਦੇ ਲੋਕ ਰੋਕ ਲੈਂਦੇ ਨੇ ਔਰ ਉਹ ਟਰੈਕਟਰ ਟਰਾਲੀ ਤੋਂ ਇਲਾਵਾ ਹਰ ਸਮਾਨ ਦੇ ਉੱਤੇ ਸਟicker ਆਪਣਾ ਲਾ ਦਿੰਦੇ ਨੇ ਕਿ ਵੀ ਮਾਲ ਸਾਡਾ ਹੈ, ਵੀ ਤੁਸੀਂ ਨਹੀਂ ਵੰਡਣਾ, ਇੱਥੇ ਦੇ ਦਿਓ, ਸਾਡੇ ਬੰਦੇ ਵੰਡਣਗੇ। ਐਦਾਂ ਦੀ ਗੱਲਾਂ। ਔਰ ਸੁਖਬੀਰ ਸਿੰਘ ਬਾਦਲ ਵੀ ਪਿਛਲੇ ਦਿਨਾਂ ਦੇ ਵਿੱਚ ਪਟਿਆਲੇ ਦੇ ਕੋਲ ਜਦ ਆਪਣਾ ਇੱਕ ਭਾਸ਼ਣ ਦੇ ਰਹੇ ਸੀ ਤੇ ਉਹਨਾਂ ਨੇ ਵੀ ਉਸ ਗੱਲ ਦਾ ਜ਼ਿਕਰ ਕੀਤਾ ਕਿ ਜਦ ਫਿਰੋਜ਼ਪੁਰ ਦੇ ਏਰੀਏ ਦੇ ਵਿੱਚ ਉਹ ਹੜ੍ਹ ਪੀੜਤਾਂ ਨਾਲ ਮਿਲਣ ਦੀ ਕੋਸ਼ਿਸ਼ ਕਰ ਰਹੇ ਸੀ ਤੇ ਉਹਨਾਂ ਤੇ ਅੱਗੇ ਇੱਕ ਮੰਤਰੀ ਦੀ ਗੱਡੀ ਵੀ ਲੱਗ ਗਈ ਸੀ ਔਰ ਟਰੈਕਟਰ ਟਰਾਲੀ ਦੇ ਉੱਤੇ ਇੱਕ ਬੋਟ ਰੱਖੀ ਸੀ। ਜਿੱਥੇ ਉਹ ਜਾਣਾ ਸੀਗਾ ਉਹਨਾਂ ਨੇ ਉੱਥੇ ਪਹਿਲੇ ਹੀ ਪਹੁੰਚ ਕੇ ਇੱਕ ਬੋਟ ਪਾਣੀ ਦੇ ਵਿੱਚ ਉਤਾਰ ਕੇ ਚੱਕਰ ਜਿਹਾ ਲਾ ਕੇ ਫਿਰ ਬੋਟ ਉੱਧਰ ਰੱਖ ਦਿੰਦੇ ਸੀ, ਅਗਲੇ ਪੜਾਅ ਤੇ ਚਲੇ ਜਾਂਦੇ ਸੀ। ਭਗਵੰਤ ਮਾਨ ਉਹਨਾਂ ਦੇ ਉੱਤੇ ਵੀ ਸੁਖਪਾਲ ਸਿੰਘ ਖਹਿਰਾ ਉਹਨਾਂ ਨੇ ਬਕਾਇਦਾ ਸਬੂਤ ਦੇ ਕੇ ਇਸ ਗੱਲ ਨੂੰ ਦੱਸਣ ਦੀ ਕੋਸ਼ਿਸ਼ ਕੀਤੀ ਸੀ ਕਿ ਕਿਸ ਤਰੀਕੇ ਨਾਲ ਇੱਕ ਹੜ੍ਹ ਪੀੜਿਤ ਬੰਦੇ ਨੂੰ 2 ਵਾਰ ਬਚਾਇਆ ਜਾਂਦਾ ਹੈ। ਔਰ ਇੱਕ ਦਿਨ ਪਹਿਲੇ ਜਿਹੜਾ ਉਸ ਇਲਾਕੇ ਦੇ ਐਮਐਲਏ ਨਾਲ ਬੋਟ ਦੇ ਵਿੱਚ ਘੁੰਮ ਰਿਹਾ ਸੀ ਤੇ ਉਹਨੂੰ ਬਚਾ ਕੇ ਲਿਆਇਆ ਗਿਆ ਸੀ। ਹਾਲਾਂਕਿ ਡਾਊਟ ਤੇ ਹੈ ਵੀ ਕਿ ਉਸ ਦਿਨ ਵੀ ਬਚਾਇਆ ਸੀ ਕਿ ਨਹੀਂ, ਉਸ ਦਿਨ ਵੀ ਕੋਈ ਡਰਾਮਾ ਸੀ ਕਿ ਨਹੀਂ। ਉਹੀ ਡਰਾਮਾ ਅਗਲੇ ਦਿਨ ਹੀਰੋ ਬਦਲ ਜਾਂਦੇ ਨੇ ਉਹ ਮੁੱਖ ਮੰਤਰੀ ਭਗਵੰਤ ਮਾਨ। ਉਹੀ ਸੇਮਾ ਕਰਕੇ ਨਾਂ ਸੀਗਾ, ਤਰਸੇਮ ਸੇਮਾ, ਉਹ ਚੜਿਆ ਹੋਇਆ ਸੀਗਾ ਛਾਤੇ ਤੇ ਉੱਤੋਂ ਉਹ ਮੁੱਖ ਮੰਤਰੀ ਦਾ ਧੰਨਵਾਦ ਕਰਦਾ ਸੀ ਕਿ ਜਨਾਬ ਬਚਾ ਲਿਆ, ਨਹੀਂ ਤੇ ਡੁੱਬ ਜਾਂਦੇ, ਰੁੜ ਜਾਂਦੇ। ਪਰ ਇਹ ਸਾਰੇ ਡਰਾਮੇਬਾਜ਼ੀ ਦੇ ਵਿੱਚ ਇਹ ਰਾਣਾ ਗੁਰਜੀਤ ਉਹਨਾਂ ਵਾਲਾ ਕੇਸ ਉਹ ਥੋੜਾ ਜਿਹਾ ਡਿਫਰੈਂਟ ਇਸ ਕਰਕੇ ਹੈ ਕਿ ਅਗਲੇ ਮਦਦ ਕਰ ਰਹੇ ਸੀ ਔਰ ਬਕਾਇਦਾ ਪੋਕਲੈਂਡ ਮਸ਼ੀਨ ਜਾਂ ਹੋਰ ਮਸ਼ੀਨਾਂ ਜਾਇਲ ਇਸ ਤਰੀਕੇ ਨਾਲ ਉੱਥੇ ਪਹੁੰਚਾਉਣੀਆਂ। ਪੈਸਾ ਬਹੁਤਾਂ ਕੋਲ ਹੈਗਾ, ਖਰਚਣ ਵਾਲੇ ਕਿਹੜੇ ਹੈਗੇ। ਇੱਕ ਚੀਜ਼ ਹੋ ਰਿਹਾ, ਰਾਣਾ ਗੁਰਜੀਤ ਹੋਰਾਂ ਦੇ ਕੋਲ ਇੱਕ ਬੋਟ ਆ, ਉਹ ਉਹਨਾਂ ਦਾ ਕਹਿਣਾ ਇੱਕ ਬੋਟ ਹੈ ਜਿਹਦੇ ਵਿੱਚ ਤਕਰੀਬਨ 50 ਕੁਇੰਟਲ ਦੇ ਕਰੀਬ ਮਟੀਰੀਅਲ ਉਹਦਾ ਪਾ ਕੇ ਇੱਕ ਥਾਂ ਤੋਂ ਦੂਜੀ ਥਾਂ ਤੇ ਪਹੁੰਚਾਇਆ ਜਾ ਸਕਦਾ। ਕਿ ਤੁਸੀਂ ਬਹੁਤੀਆਂ ਬੋਟਸ ਜਿਹੜੀਆਂ ਉਹ ਕਰਨ ਦੀ ਥਾਂ ਜੇ ਉਹ ਪਾਣੀ ਦੇ ਵਿੱਚ ਲੋਕ ਛੱਤਾਂ ਤੇ ਹੈਗੇ ਆ ਤੇ ਇੱਕੋ ਹੀ ਬੋਟ ਬਹੁਤ ਸਾਰਾ ਮਟੀਰੀਅਲ ਉਹਦੇ ਚ ਲੱਦ ਕੇ ਰਾਸ਼ਨ ਪਾਣੀ ਬਹੁਤਾ ਕੁਝ ਲੱਦ ਕੇ ਤੁਸੀਂ ਲਿਜਾ ਸਕਦੇ ਹੋ। ਫਿਰ ਜੇ 50 ਕੁਇੰਟਲ ਦਾ ਭਾਰ ਉਹ ਬੋਟ ਚੱਕ ਸਕਦੀ ਹੈ ਤੇ ਮੈਨੂੰ ਲੱਗਦਾ ਕਿ ਹੜ੍ਹ ਦੇ ਵਿੱਚ 2-4 ਪਸ਼ੂ ਵੀ ਉਹਦੇ ਚ ਲੱਦ ਕੇ ਲਿਆਂਦੇ ਜਾ ਸਕਦੇ, ਕੱਢਿਆ ਜਾ ਸਕਦਾ। ਬਿਲਕੁਲ। ਔਰ ਮਸ਼ੀਨਾਂ ਤੋਂ ਇਲਾਵਾ ਜੇ ਰਾਣਾ ਗੁਰਜੀਤ ਉਹਨਾਂ ਤੋਂ ਕੋਈ ਮਦਦ ਹੋਰ ਵੀ ਲਿੱਤੀ ਜਾ ਸਕਦੀ ਹੈ ਤੇ ਲੈਣੀ ਚਾਹੀਦੀ ਹੈ। ਸਰਕਾਰ ਨੂੰ ਆਪਣੀ ਆਪੋਜੀਸ਼ਨ ਪਾਰਟੀ ਦੇ ਲੀਡਰਾਂ ਤੋਂ ਮਦਦ ਲੈਣ ਦੇ ਵਿੱਚ ਕੀ ਗੁਰੇਜ਼ ਹੈ। ਜੇ ਕੋਈ ਇਸ ਟਾਈਮ ਤੁਹਾਡਾ ਕੋਈ ਹੱਥ ਵਟਾਉਣਾ ਚਾਹੁੰਦਾ ਹੈ ਤੁਸੀਂ ਉਹਦੇ ਹੱਥ ਦਾ ਫਾਇਦਾ ਲੈਣ ਦੀ ਬਜਾਏ ਉਹਦੇ ਹੱਥ ਹੀ ਰੋਕ ਰਹੇ ਹੋ। ਆਹ ਇੱਕ ਬੜੀ ਅਜੀਬ ਜਿਹੀ ਸਥਿਤੀ ਹੈ। ਹੁਣ ਕੋਵਿਡ ਦੇ ਦੌਰਾਨ ਵੀ ਇੱਦਾਂ ਦੀ ਸਥਿਤੀ ਦੇਖਣ ਨੂੰ ਮਿਲੀ ਸੀਗੀ ਜਦ ਫੋਟੋ ਸੈਸ਼ਨ ਤੇ ਬਹੁਤ ਹੋਏ ਸੀ ਔਰ ਜੋ ਵਿਅਕਤੀ ਅਸਲ ਦੇ ਵਿੱਚ ਮਦਦ ਕਰਨਾ ਚਾਹੁੰਦੇ ਸੀ ਕਈ ਵਾਰ ਉਹਨਾਂ ਦੇ ਹੀ ਮਦਦ ਦੇ ਉੱਤੇ ਆਪਣੀ ਮੋਹਰ ਲਾ ਕੇ ਸਰਕਾਰਾਂ ਜਾਂ ਹੋਰ ਜਿਹੜਾ ਵੀ ਉਸ ਟਾਈਮ ਦਾ ਰਿਜੀਮ ਹੁੰਦਾ ਉਹ ਕਰਦੇ ਰਹਿੰਦੇ ਨੇ। ਪਰ ਹੁਣ ਬਦਲਾਅ ਵਾਲੀ ਪਾਰਟੀ ਤੋਂ ਇੱਦਾਂ ਦਾ ਬਦਲਾਅ ਲੱਗਦਾ ਨਹੀਂ ਸੀ ਕਿ ਵੀ ਚੰਗੀ ਗੱਲ ਹੋਏਗੀ। ਪੋਲੀਟੀਕਲ ਵੈਂਡੇਟਾ, ਪੋਲੀਟੀਕਲ ਇੰਟਰਫੇਰੈਂਸ, ਪੋਲੀਟੀਕਲ ਇਨਫਲੂਐਂਸ, ਇਹ ਜਿਹੜੀ ਸਾਰੀ ਟਰਮ ਸੀ ਜਦ ਇਹ ਸਰਕਾਰ ਨਵੀਂ ਬਣੀ ਤੇ ਲੱਗਦਾ ਸੀ ਵੀ ਹੁਣ ਨਾ ਹੋ ਗਿਆ ਕੰਮ, ਇਹਨਾਂ ਦੇ ਉੱਤੇ ਕੋਈ ਬੈਗੇਜ ਨਹੀਂ ਹੈ, ਇਹਨਾਂ ਦੇ ਉੱਤੇ ਕੋਈ ਬੋਝ ਨਹੀਂ ਹੈ, ਪਿਛਲਾ ਕੋਈ ਭਾਰ ਨਹੀਂ ਹੈ ਤੇ ਹੁਣ ਅੱਗੇ ਚੱਲ ਕੇ ਇਹ ਵਧੀਆ ਤਰੀਕੇ ਨਾਲ ਚੱਲਣਗੇ। ਪਰ ਇਹ ਫਿਲਹਾਲ ਉਸ ਮੋੜ ਤੇ ਉਸ ਟਰੈਕ ਤੇ ਹੀ ਚੱਲਦੇ ਹੋਏ ਨਜ਼ਰ ਆਉਂਦੇ ਨੇ। ਇੱਕ ਇਹ ਵੀ ਖੌਫ ਹੋ ਸਕਦਾ ਨਾ ਕਿ ਆਮ ਆਦਮੀ ਪਾਰਟੀ ਵਾਲੇ ਵੀ ਤਾਂ ਸੋਚਦੇ ਹੋਣੇ, ਸੋਚਾਂ ਬਹੁਤ ਅੱਗੇ ਦੀਆਂ ਜਿਹੜੀਆਂ ਉਹ ਪੋਲੀਟੀਕਲ ਲੋਕਾਂ ਦੇ ਵੱਲੋਂ ਲਈਆਂ ਜਾਂਦੀਆਂ ਕਿ ਠੀਕ ਆ ਅਸੀਂ ਇਹਨਾਂ ਨੂੰ ਕਹਾਂਗੇ ਕਰੀ ਚੱਲੋ ਤੁਸੀਂ ਵੀ ਲੱਗੇ ਰਹੋ। ਇੱਥੇ ਕਿਸੇ ਬੰਦੇ ਦੀ ਜਿਹੜਾ ਸਾਡਾ ਇਲਾਕਾ ਜਿੱਥੋਂ ਅਸੀਂ ਜਿੱਤੇ ਆ ਕਿਸੇ ਬੰਦੇ ਦੀ ਬਾਹ ਫੜ ਕੇ ਕਿਤੇ ਰਾਣਾ ਗੁਰਜੀਤ ਇਹ ਨਾ ਕਹਿ ਦੇਵੇ ਸਾਡਾ ਬੰਦਾ ਤੁਸੀਂ ਹਰਾਤਾ, ਦੇਖ ਲਓ ਕੰਮ ਤੁਹਾਡੇ ਅਸੀਂ ਆ ਰਹੇ ਆ, ਇਹ ਨਹੀਂ ਆ ਰਹੇ ਕੰਮ। ਐਸੇ ਗੱਲ ਦਾ ਤਾਂ ਸਿਆਪਾ ਸਾਰਾ। ਦੇਖੋ ਰਾਜਨੀਤੀ ਦੇ ਵਿੱਚ ਸਭ ਤੋਂ ਜ਼ਿਆਦਾ ਡਰ ਹੈਗਾ ਕਿ ਤੁਹਾਡੇ ਹਲਕੇ ਦੇ ਉੱਤੇ ਕਈ ਬੰਦੇ ਅੱਖ ਰੱਖ ਰਹੇ ਹੁੰਦੇ ਔਰ ਅੱਖ ਰੱਖਣ ਵਾਲਿਆਂ ਨੂੰ ਹੀ ਤੁਸੀਂ ਮਦਦ ਲੈ ਕੇ ਅੱਗੇ ਤੋੜ ਦਿਓ ਤੇ ਉਹਦੇ ਰਾਜਨੀਤਿਕ ਨੁਕਸਾਨ ਤੇ ਹੋ ਸਕਦੇ ਨੇ। ਇਸ ਗੱਲ ਤੋਂ ਅਸੀਂ ਮਨਾ ਨਹੀਂ ਕਰਦੇ, ਪਰ ਹੜ੍ਹਾਂ ਦੇ ਪੀੜਿਤਾਂ ਨੂੰ ਫਾਇਦਾ ਪਹੁੰਚਾਉਣ ਵਾਸਤੇ, ਉਹਨਾਂ ਨੂੰ ਕੋਈ ਮਦਦ ਪਹੁੰਚਾਉਣ ਵਾਸਤੇ ਜਦ ਕੋਈ ਹੱਥ ਅੱਗੇ ਵੱਧਦਾ ਹੈ ਤੇ ਉਸ ਹੱਥ ਤੋਂ ਇਹ ਪਛਾਣਨ ਦੀ ਕੋਸ਼ਿਸ਼ ਨਾ ਕਰੋ ਕਿ ਇਹ ਹੱਥ ਕਿਹੜੀ ਪੋਲੀਟੀਕਲ ਪਾਰਟੀ ਦਾ ਹੈ ਔਰ ਇਹ ਹੱਥ ਸਿਰਫ ਮਦਦ ਦੇ ਕਰਕੇ ਉਤਰਿਆ ਹੋਇਆ ਹੈ। ਹੁਣ ਮਦਦ ਕਰਨ ਵਾਲਾ ਵੀ ਤੇ ਚਾਹੇਗਾ ਕਿ ਮੇਰਾ ਚਿਹਰਾ ਵੀ ਨਜ਼ਰ ਆਏ, ਸਿਰਫ ਹੱਥ ਹੀ ਨਜ਼ਰ ਨਾ ਆਉਣ ਤਾਂ ਕਿ ਉਹਨੂੰ ਵੀ ਕੋਈ ਇਲੈਕਸ਼ਨ ਦਾ ਫਾਇਦਾ ਮਿਲੇ। ਇਹ ਸਿਆਸਤ ਤੇ ਹੁੰਦੀ ਹੈ। ਭਾਸਕਰ ਸਾਹਿਬ ਮਦਦ ਵਾਲਾ ਚਿਹਰਾ ਕਿਉਂ ਨਾ ਦਿਖਾਵੇ। ਇੱਥੇ ਮਿਰਚਾਂ ਹੱਥ 'ਚ ਫੜ ਕੇ ਫੋਟੋਆਂ ਖਿਚਕਵਾ ਕੇ ਅਗਲੇ ਚਿਹਰੇ ਰੱਖਦੇ ਸੀ, ਕੱਛੂ ਕੁੰਮੇ ਬਚਾ ਕੇ ਚਿਹਰੇ ਰੱਖਦੇ ਸੀਗੇ, ਮਦਦ ਹੀ ਕਰਦੇ ਪਏ ਸੀਗੇ।
ਉਹ ਚਿਹਰੇ ਬੇਸ਼ੱਕ ਅਲੋਪ ਹੋ ਗਿਆ, ਪਰ ਫਿਰ ਵੀ ਮੈਨੂੰ ਲੱਗਦਾ ਕਿ ਇਹਨਾਂ ਹੜ੍ਹਾਂ ਦੇ ਉੱਤੇ ਸਿਆਸਤ ਕੋਈ ਬਹੁਤੀ ਠੀਕ ਨਹੀਂ ਹੈ, ਚਾਹੇ ਉਹ ਵਿਰੋਧੀ ਪਾਰਟੀਆਂ ਕਰਨ, ਚਾਹੇ ਉਹ ਸੱਤਾ ਧਿਰ ਕਰੇ, ਚਾਹੇ ਕੋਈ ਵੀ ਕਰੇ। ਇੱਥੇ ਲੋੜ ਮਦਦ ਦੀ ਆ, ਰਲ ਮਿਲ ਕੇ ਕੰਮ ਕਰਨ ਦੀ ਲੋੜ ਹੈਗੀ, ਇੱਕ ਦੂਜੇ ਨਾਲ ਖੜਨ ਦੀ ਲੋੜ ਹੈਗੀ ਆ। ਦੇਖ ਲਓ ਬੰਨ ਮਾਰੇ ਗਏ ਤਾਂ ਉਹਦੇ ਵਿੱਚ ਸਾਡੀਆਂ ਸਰਕਾਰਾਂ ਜਾਂ ਸਿਆਸਤ ਦਾ ਕਿੰਨਾ ਕੁ ਹੱਥ ਹੈ ਤੇ ਆਮ ਲੋਕਾਂ ਦੇ ਹੌਸਲੇ ਦਾ ਕਿੰਨਾ ਕੁ ਹੱਥ ਹੈ। ਤੁਸੀਂ ਪਰਖਣ ਲੱਗੋਗੇ ਨਾ, ਆਪਣੇ ਆਪ ਤੁਹਾਨੂੰ ਪਤਾ ਲੱਗ ਜਾਏਗਾ ਕਿ ਕਿਹੜੀ ਧਿਰ ਭਾਰੂ ਪੈਂਦੀ ਹੈ। ਜਦੋਂ ਤੁਸੀਂ ਮਦਦ ਦੀ ਗੱਲ ਕਰੋਗੇ ਨਾ, ਪੀੜਤਾਂ ਤੱਕ ਮਦਦ ਕਿੰਨੇ ਬਿਹਤਰ ਤਰੀਕੇ ਨਾਲ ਪਹੁੰਚਾਈ, ਜਦੋਂ ਉਹ ਪਾਸਕ ਦੇ ਵਿੱਚ ਦੋਨੋਂ ਰੱਖੋਗੇ, ਸੱਤਾ ਦੀ ਮਦਦ ਤੇ ਲੋਕਾਂ ਦੀ, ਸਮਾਜ ਸੇਵੀ ਸੰਸਥਾਵਾਂ ਦੀ ਮਦਦ, ਕੌਣ ਭਾਰੂ ਪੈਂਦਾ ਤੁਹਾਨੂੰ ਆਪਣੇ ਆਪ ਪਤਾ ਲੱਗ ਜਾਏਗਾ। ਤੇ ਲੋਕ ਵੀ ਇਹ ਤੈਅ ਕਰ ਰਹੇ ਆ ਕਿ ਇਸ ਸਮੇਂ ਮੁਸ਼ਕਲ ਦੀ ਘੜੀ 'ਚ ਸਾਡੇ ਨਾਲ ਖੜਾ ਕੌਣ ਆ ਤੇ ਦੂਰੋਂ ਖੜ ਕੇ ਫੋਟੋਆਂ ਖਿਚਵਾ ਕੇ ਜਾਣ ਵਾਲਾ ਕੌਣ ਆ। ਫਿਲਹਾਲ ਇੱਕ ਸਕੈਮ ਹੋਇਆ ਪੰਜਾਬ ਦੇ ਵਿੱਚ, ਆਪਾਂ ਉਹਦਾ ਜ਼ਿਕਰ ਕਰਨਾ ਆ ਨਿੱਕੇ ਜਿੰਨੇ ਵਿਰਾਮ ਤੋਂ ਬਾਅਦ। ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ। ਸਿਆਸਤ, ਸੱਤਾ ਤੇ ਸਕੈਮ, ਇਹ ਤਿੰਨੋਂ ਸੱਸੇ ਨਾ ਇੱਕਮਿਕ ਜਿਹਾ ਹੋਏ ਜਿਹੜੇ ਆ ਉਹ ਨਜ਼ਰ ਆਉਂਦੇ। ਤੁਸੀਂ ਸਿਆਸੀ ਬੰਦੇ ਹੋਵੋ, ਸੱਤਾ ਤੁਹਾਡੇ ਹੱਥ ਹੋਵੇ ਤੇ ਸਕੈਮ ਕੋਈ ਹੋਵੇ ਨਾ ਜਿੱਥੇ ਤੁਹਾਡਾ ਦਾ ਲੱਗਦਾ ਹੋਵੇ, ਇਹ ਤਾਂ ਹੋ ਨਹੀਂ ਸਕਦਾ। ਜੇ ਬਿੱਲੀ ਦੇ ਲਾਗੇ ਦੁੱਧ ਪਿਆ ਹੋਵੇ ਤੇ ਕਿਤੇ ਅੱਖ ਬਚਾ ਕੇ ਉਹਨੇ ਜੀਭ ਨਾ ਉਧਰਲੇ ਪਾਸੇ ਸੁੱਟੀ ਹੋਵੇ, ਇੰਨੀ ਸਬਰ ਵਾਲੀ ਬਿੱਲੀ ਤਾਂ ਜਿਹੜੀ ਆ ਉਹ ਕੋਈ ਹੁੰਦੀ ਆ। ਹੁਣ ਦੁੱਧ ਕਿਹੜਾ ਆ, ਬਿੱਲੀ ਕਿਹੜੀ ਹੈ, ਤੇ ਆ ਡੋਲੂ ਧਰ ਕੌਣ ਗਿਆ ਬਿੱਲੀ ਦੇ ਸਰਾਣੇ ਕਿ ਭਾਈ ਨਜ਼ਰ ਰੱਖੀ, ਇਹ ਇੱਧਰ ਉੱਧਰ ਹੋਣਾ ਨਹੀਂ ਚਾਹੀਦਾ। ਭਾਸਕਰ ਸਾਹਿਬ ਮੈਂ ਨਹੀਂ ਦੱਸਣਾ, ਤੁਸੀਂ ਦੱਸ ਦਿਓ ਕਿ ਮਾਮਲਾ ਹੈ ਕੀ ਆ। ਮਾਮਲਾ 100 ਕਰੋੜ ਦੇ ਨੇੜੇ ਤੇੜੇ ਜਿਹੜਾ ਉਹ ਪਹੁੰਚਦਾ ਨਜ਼ਰ ਆ ਰਿਹਾ। ਛੋਟੀ ਰਕਮ ਨਹੀਂ ਆ, ਰਕਮ ਕਾਫੀ ਵੱਡੀ ਹੈ। ਦੇਖੋ ਰਕਮ ਵੱਡੀ ਹੈ, ਔਰ ਰਕਮ ਉਹ ਵੀ ਵੱਡੀ ਸੀ ਜਿਹਦੇ ਵਿੱਚ ਪਠਾਨਕੋਟ ਦੇ ਗੋਲ ਪਿੰਡ ਦੇ ਵਿੱਚ ਨਰੋਟ ਜੈਮਲ ਸਿੰਘ, ਉਹਦੇ ਵਿੱਚ 92 ਏਕੜ ਤੋਂ ਲੈ ਕੇ 1000 ਏਕੜ ਦਾ ਉਹ ਘਟਾਲਾ ਜਿਹੜਾ ਹੋਇਆ ਸੀਗਾ, ਉਸ ਮੁੱਦੇ ਦੇ ਉੱਤੇ ਵੀ ਕੁਝ ਗੱਲਾਂ ਅੱਗੇ ਵਧਦੀ ਨਜ਼ਰ ਆਉਂਦੀ ਜੀ। 7 ਔਰਤਾਂ ਨੂੰ ਨਾਮਜ਼ਦ ਕੀਤਾ ਸੀਗਾ, ਔਰ ਤਕਰੀਬਨ 60 ਸਾਲ ਤੋਂ ਉੱਤੇ ਦੀ ਉਮਰ ਦੀ ਔਰਤਾਂ ਸੀਗੀ। 2 ਔਰਤਾਂ ਨੂੰ ਅਰੈਸਟ ਕੀਤਾ ਸੀ, ਹਜੇ 5 ਔਰਤਾਂ ਨੂੰ ਅਰੈਸਟ ਕਰਨਾ ਬਾਕੀ ਸੀ। ਅਸੀਂ ਵੀ ਆਪਣੇ ਪ੍ਰੋਗਰਾਮ ਦੇ ਵਿੱਚ ਇੱਕ ਨਾਂ ਅੱਗੇ ਵਧਾਇਆ ਸੀ ਜਿਹਦੇ ਬਾਰੇ ਚ ਕਿਹਾ ਜਾਂਦਾ ਹੈ ਕਿ ਉਹ ਰੀਅਲ ਬੈਨੀਫੀਸ਼ੀਅਰੀ ਤੇ ਉਹ ਸੀਗਾ। ਇਹਨਾਂ तमाम ਔਰਤਾਂ ਤੋਂ ਇਹਨਾਂ ਦੀ ਜ਼ਮੀਨ ਉਹਨੇ ਪੌਣੇ ਭਾਵ ਦੇ ਵਿੱਚ ਖਰੀਦ ਲਈ ਗਈ ਸੀ, ਪਾਵਰ ਆਫ ਅਟਾਰਨੀ ਬਣਾ ਲਈ ਗਈ ਸੀ, ਔਰ ਉਸ ਪਾਵਰ ਆਫ ਅਟਾਰਨੀ ਦੇ ਵਿੱਚ ਇਹ ਵੀ ਲਿਖਤਾ ਸੀਗਾ ਕਿ ਅੱਗੇ ਚੱਲ ਕੇ ਜਿਹੜੇ ਤੁਹਾਡੀ ਸ਼ਾਮਲਾਟ ਜ਼ਮੀਨਾਂ ਦੇ ਵਿੱਚ, ਕਾਮਨ ਲੈਂਡ ਦੇ ਵਿੱਚ ਕੋਈ ਵੀ ਹਿੱਸਾ ਹੋਏਗਾ ਉਹ ਵੀ ਖਰੀਦਾਰ ਦਾ ਹੋਏਗਾ। ਤੇ ਨਿਪੁੰਨ ਜੈਨ, ਵਿਪਿਨ ਜੈਨ ਜੀ, ਇਹਨਾਂ ਦਾ ਨਾਂ ਅੱਗੇ ਆਇਆ ਸੀ, ਔਰ ਇਹਨਾਂ ਦੇ ਨਾਂ ਤੇ 1000 ਏਕੜ ਦੇ ਜ਼ਮੀਨ, ਉਹ ਜਿਹੜੀ ਮਾਈਨਿੰਗ ਵਾਲੀ ਜ਼ਮੀਨ ਹੈ, ਉਹ ਉੱਥੇ ਤੇ ਡਿਸਟ੍ਰਿਕਟ ਸਰਵੇ ਰਿਪੋਰਟ ਦੇ ਵਿੱਚ ਵੱਜਦੀ ਸੀਗੀ ਜੀ। ਉਸ ਕੇਸ ਦੇ ਵਿੱਚ DDPO ਜਿਹੜਾ ਇੱਕ ਦਿਨ ਦਾ AD ਸੀ, ਔਰ 100 ਏਕੜ ਦਾ ਫੈਸਲਾ ਕਰਨ ਵਾਲਾ DDPO ਕੁਲਦੀਪ ਸਿੰਘ, ਉਹਦੀ ਜ਼ਮਾਨਤ ਰੱਦ ਹੋ ਗਈ ਸੀ। ਹੁਣ 2 ਐਕਿਊਜ਼ਡ ਔਰਤਾਂ ਜਿਨ੍ਹਾਂ ਨੂੰ ਫਿਲਹਾਲ ਫੜਿਆ ਹੋਇਆ ਸੀਗਾ, ਉਹਨਾਂ ਦੀ ਵੀ ਜ਼ਮਾਨਤ ਹੋ ਚੁੱਕੀ ਹੈ। ਪਰ ਇਹ ਮਾਮਲਾ ਇੱਥੇ ਹੀ ਨਹੀਂ ਰੁਕਿਆ। ਅੱਜ ਵੀ ਇੱਕ ਤਸਵੀਰ ਨਸ਼ਰ ਹੋਈ ਜਿਹਦੇ ਵਿੱਚ ਉਹ ਕਥਿਤ ਆਰੋਪੀ ਜਿਹੜਾ ਵਿਪਿਨ ਜੈਨ ਕਹੀਏ, ਉਹ ਪਿਛਲੇ ਜਿਹੜੇ ਮੰਤਰੀ ਹੈਗੇ ਨੇ ਪੰਚਾਇਤੀ ਰਾਜ ਦੇ, ਤ੍ਰਿਪਤ ਰਜਿੰਦਰ ਬਾਜਵਾ, ਉਹਨਾਂ ਦੇ ਨਾਲ ਉਹਨਾਂ ਦੀ ਫੋਟੋ ਨਸ਼ਰ ਹੁੰਦੀ ਹੈ। ਨਾ ਕੇਵਲ ਫੋਟੋ ਨਸ਼ਰ ਹੁੰਦੀ ਹੈ, 26 ਜਨਵਰੀ ਉਸ ਦੌਰਾਨ ਉਹ ਵਿਪਿਨ ਮਹਾਜਨ ਨੂੰ ਸਨਮਾਨਿਤ ਕਰਦੇ ਹੋਏ ਉਹ ਫੋਟੋ ਹੈਗੀ ਹੈ, ਜਿਹਦੇ ਨਾਂ ਤੇ ਈਲੀਗਲ ਮਾਈਨਿੰਗ ਦਾ ਆਰੋਪ ਹੈ। ਔਰ 1000 ਏਕੜ ਦੀ ਜ਼ਮੀਨ, ਉਹ ਵੀ ਸ਼ਾਮਲਾਟ ਦੀ, ਉਹ ਵੀ ਮਾਈਨਿੰਗ ਲੈਂਡ, ਉਹ ਉਹਨਾਂ ਦੇ ਨਾਮ ਨਾਲ ਬੋਲਦੀ ਸੀ। ਹੁਣ ਗੱਲ ਕਰੀਏ ਉਹ 100 ਕਰੋੜ ਦਾ ਜਿਹੜੀ ਤੁਸੀਂ ਜ਼ਿਕਰ ਕੱਟੇ ਹੋ, ਹਜੇ ਉਹਦੀ ਧੁੱਲ ਠੰਡੀ ਵੀ ਨਹੀਂ ਹੋਈ ਸੀ। ਜਿਹੜੀ ਪਠਾਨਕੋਟ ਦੀ ਗੱਲ ਕਰ ਰਹੇ ਹਾਂ, ਇੱਥੇ ਨਵਾਂ ਚੰਨ ਚੜ ਗਿਆ। ਇਹਦੇ ਵਿੱਚ 2017-18 ਦੇ ਵਿੱਚ ਔਰ 2021 ਦੇ ਵਿੱਚ ਤਕਰੀਬਨ 986 ਏਕੜ ਜ਼ਮੀਨ ਲੁਧਿਆਣਾ ਦੀ ਜਿਹੜੀ ਡਿਵੈਲਪਮੈਂਟ ਅਥਾਰਟੀ ਹੈ, ਉਹਨਾਂ ਨੇ ਸਾਈਕਲ ਵੈਲੀ ਦੇ ਵਾਸਤੇ ਖਰੀਦੀ ਸੀ, ਐਕਵਾਇਰ ਕੀਤੀ ਸੀਗੀ, ਔਰ ਉਹਦੇ ਵਾਸਤੇ 6 ਪਿੰਡਾਂ ਨੂੰ 242 ਕਰੋੜ ਦੀ ਰਾਸ਼ੀ ਜਾਰੀ ਹੋਈ ਸੀ। ਹੁਣ ਪਤਾ ਲੱਗਿਆ 242 ਕਰੋੜਾਂ ਦੇ ਵਿੱਚੋਂ 6 ਪਿੰਡਾਂ ਨੇ 100 ਕਰੋੜ ਰੁਪਇਆ ਪੰਚਾਇਤ ਵਿਭਾਗ ਦੇ ਅਫਸਰਾਂ ਦੇ ਨਾਲ ਮਿਲੀ ਭੁਗਤ ਨਾਲ ਕਢਾ ਲਿਆ ਜੀ। ਜਦ ਕਿ ਇਹ ਸ਼ਰਤਾਂ ਹੁੰਦੀਆਂ ਹੈ ਕਿ ਜਿਸ ਤਰੀਕੇ ਨਾਲ ਕੋਈ ਵੀ ਸ਼ਾਮਲਾਟ ਜ਼ਮੀਨ ਦੇ ਐਕਵਾਇਰ ਹੋਣ ਤੋਂ ਬਾਅਦ ਕੋਈ ਰਾਸ਼ੀ ਮਿਲਦੀ ਹੈ, ਉਹਨੂੰ ਜਾਂ ਤੇ ਨਵੀਂ ਜ਼ਮੀਨ ਖਰੀਦਣ ਵਾਸਤੇ ਕਢਵਾਇਆ ਜਾ ਸਕਦਾ ਹੈ ਜਾਂ ਫਿਰ ਉਹਦੀ FD ਕਰਾ ਕੇ ਉਹਦੇ ਇੰਟਰਸਟ ਦੇ ਅਮਾਉਂਟ ਨੂੰ ਤੁਸੀਂ
ਪਬਲਿਕ ਦੇ ਵੈਲਫੇਅਰ ਜਾਂ ਪਿੰਡਾਂ ਦੇ ਵਿੱਚ ਗਲੀ ਨਾਲੀਆਂ ਜਾਂ ਹੋਰ ਤਰੀਕੇ ਦੀ ਡਿਵੈਲਪਮੈਂਟ ਸਕੀਮ ਵਾਸਤੇ ਕਢਾ ਸਕਦੇ ਹੋ। ਹੁਣ ਇਹ ਕਢਾਇਆ ਗਿਆ, ਇਹ ਗੱਲ ਤੇ ਪਤਾ ਲੱਗ ਗਈ ਹੈ। ਕਢਾਇਆ ਕਿੱਦਾਂ ਗਿਆ, ਅਫਸਰਾਂ ਦੀ ਮਿਲੀ ਭੁਗਤ ਕੀ ਸੀਗੀ, ਇਹਦੇ ਵਾਸਤੇ ਲਾਲਜੀਤ ਸਿੰਘ ਭੁੱਲਰ ਉਹਨਾਂ ਨੇ ਇਨਕੁਆਇਰੀ ਆਰਡਰ ਕਰਤੀ ਹੈ। ਔਰ ਜਦੋਂ ਜਿੱਦਾਂ ਇਹ ਇਨਕੁਆਇਰੀ ਅੱਗੇ ਵਧੂਗੀ ਉੱਦਾਂ ਇਹ ਪਿਆਜ਼ ਵਰਗਾ ਇਹਦੀ ਪਰਤਾਂ ਖੁੱਲਣਗੀਆਂ ਤੇ ਨਵੀਂ ਚੀਜ਼ਾਂ, ਨਵੇਂ ਨਾਮ ਇਹਦੇ ਸਾਹਮਣੇ ਆਣਗੇ। ਔਰ ਪੂਰਵ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਉਹਨਾਂ ਦਾ ਜ਼ਿਕਰ ਕਰ ਰਹੇ ਹਾਂ ਕਿਉਂਕਿ ਉਹਨਾਂ ਦਾ ਨਾਂ ਉਹ ਪਠਾਨਕੋਟ ਵਾਲੀ ਜਿਹੜੀ 92 ਏਕੜ ਦੀ ਜ਼ਮੀਨ ਜਿਸ ਤਰੀਕੇ ਨਾਲ ADC ਸਾਹਿਬ ਨੇ ਇੱਕ ਦਿਨ ਪਹਿਲੇ ਆਪਣੀ ਰਿਟਾਇਰਮੈਂਟ ਤੋਂ ਟ੍ਰਾਂਸਫਰ ਕੀਤੀ ਸੀ, ਵੱਜਦਾ ਹੈ ਇੱਥੇ ਵੀ ਨਾਂ ਉਹਨਾਂ ਦਾ ਹੀ ਵੱਜਦਾ ਕਿਉਂਕਿ ਜਦ ਇਹ ਘਪਲੇ ਹੋਏ, ਭਾਵੇਂ ਉਸ ਟਾਈਮ ਉਹ ਮੰਤਰੀ ਤੇ ਨਹੀਂ ਸੀ, ਪਰ ਜਦ ਇਹ ਪੈਸੇ ਕਢਾਏ ਗਏ 100 ਕਰੋੜ ਰੁਪਏ ਤੇ ਉਹਨਾਂ ਦੀ ਬਿਨਾਂ ਇਨਵੈਸਟੀਗੇਸ਼ਨ, ਉਹਨਾਂ ਦੀ ਜਾਣਕਾਰੀ ਤੋਂ ਲਿਆਏ ਬਗੈਰ ਇਹ ਸੰਭਵ ਨਹੀਂ ਸੀਗਾ। ਹੁਣ ਇਹ ਗੱਲ ਅੱਗੇ ਤੁਰੀ ਹੈ, ਇਨਵੈਸਟੀਗੇਸ਼ਨ ਦੇ ਵਿੱਚ ਪੂਰਵ ਮੰਤਰੀ ਫਸਦੇ ਨੇ ਔਰ ਇਸ ਸਰਕਾਰ ਦੇ ਵਿੱਚ ਪੂਰਵ ਮੰਤਰੀ ਫਸਦੇ ਨੇ ਔਰ ਹੁਣ ਵਾਲੇ ਮੰਤਰੀ ਨੇ ਕਰ ਦਿੱਤੀ ਇੱਕ ਤਰੀਕੇ ਨਾਲ ਇਨਵੈਸਟੀਗੇਸ਼ਨ ਆਰਡਰ ਵਿਜੀਲੈਂਸ ਤੋਂ। ਭਾਸਕਰ ਸਾਹਿਬ, ਇੱਕ ਤਾਂ ਮੋਟਾ ਮੈਂ ਸਵਾਲ ਜੋ ਜਾਣਨਾ ਚਾਹੁੰਦਾ ਸੀ, ਮਤਲਬ ਘਪਲਾ ਇਸੇ ਸਰਕਾਰ ਦੇ ਵਿੱਚ ਹੋਇਆ, ਉਹ ਪਹਿਲੀ ਸਰਕਾਰ ਦਾ ਘਪਲਾ ਨਹੀਂ ਆ 100 ਕਰੋੜ ਵਾਲਾ ਜਿਹੜਾ ਜ਼ਮੀਨ ਦੇ ਪੈਸੇ 242 ਕਰੋੜ ਰੁਪਏ 220-21 ਚ ਮਿਲੇ, ਪਿਛਲੀ ਸਰਕਾਰ ਚ ਮਿਲੇ ਔਰ ਇਹ ਘਪਲਾ ਹੋਇਆ 22 ਦੇ ਵਿੱਚ। ਇਹ ਸਰਕਾਰ ਬਣਨ ਤੋਂ ਬਾਅਦ, ਇਹ ਸਰਕਾਰ ਬਣਨ ਤੋਂ ਬਾਅਦ ਕਢਵਾਏ ਗਏ ਜਦੋਂ ਜ਼ੀਰੋ ਟੋਲਰੈਂਸ ਸੀਗੀ। ਕਿਉਂਕਿ ਇਹ ਮਾਮਲਾ ਹੁਣੇ ਕਿਉਂ ਆ ਰਿਹਾ, 1.5 ਸਾਲ ਤੇ ਸਰਕਾਰ ਨੂੰ ਹੋ ਗਏ ਜੀ ਇਹ 1.5 ਸਾਲ ਤੋਂ ਪਹਿਲੇ ਕਢਵਾਏ ਹੁੰਦੇ ਪੈਸੇ ਤੇ ਇਹ ਤੇ ਬਹੁਤ ਪਹਿਲੇ ਉਜਾਗਰ ਹੋ ਜਾਂਦਾ। ਇਹ ਜਿਸ ਤਰੀਕੇ ਨਾਲ ਗੱਲਾਂ ਸਾਹਮਣੇ ਆ ਰਹੀਆਂ, ਇਹ 2-4 ਮਹੀਨੇ ਪਹਿਲੇ ਹੀ ਇਹ ਪੈਸੇ ਕਢਾਉਣ ਦਾ ਕੰਮ ਹੋਇਆ ਜਦ ਮੰਤਰੀ ਸੀਗੇ ਕੁਲਦੀਪ ਸਿੰਘ ਧਾਲੀਵਾਲ। ਇਹਦਾ ਮਤਲਬ ਹੈ ਕਿ ਮਾਮਲਾ ਇੱਕ ਨਹੀਂ ਆ, ਮਾਮਲੇ ਕਈ ਆ ਤੇ ਜਦੋਂ ਇਦਾਂ ਪਰਤਾਂ ਖੁੱਲਣ ਲੱਗੀਆਂ ਤੇ ਫਿਰ ਮੁੱਖ ਮੰਤਰੀ ਭਗਵੰਤ ਮਾਨ ਹੋਰੀ ਕਿਹਨੂੰ ਰੱਖਣਗੇ ਤੇ ਕਿਹਨੂੰ ਕੱਢਣਗੇ। ਹਾਲਾਂਕਿ ਉਹਨਾਂ ਤੋਂ ਬਥੇਰੇ ਆ, 91 ਜਣੇ ਹੋਰ ਹੈਗੇ ਆ ਇਧਰ ਉਧਰ ਕਰਨ ਲਈ, ਪਰ ਉਹਦੇ ਨਾਲ ਅਕਸ ਕਿੰਨਾ ਖਰਾਬ ਹੁੰਦਾ ਸਰਕਾਰ ਦਾ ਜੇ ਕਿਸੇ ਸਿਰੇ ਬੰਨੇ ਚੀਜ਼ਾਂ ਨਹੀਂ ਲੱਗਦੀਆਂ। ਜੇ ਨਰੋਟ ਜੈਮਲ ਸਿੰਘ ਵਾਲਾ ਮਾਮਲਾ ਉਹਦੇ ਵਿੱਚ ਫਸਿਆ ਹੋਇਆ, ਫਿਰ ਅਮਿਤ ਰਤਨ ਕੋਟ ਫੱਤਾ ਵਾਲਾ ਮਾਮਲਾ ਉੱਥੇ ਅਟਕੇ ਪਿਆ, ਫੌਜਾ ਸਿੰਘ ਸਰਾਰੀ ਨੂੰ ਉਹਦਾ ਕੈਬਨਿਟ ਤੋਂ ਬਾਹਰ ਕੱਢ ਦਿੱਤਾ ਗਿਆ। ਸੋ ਇਹ ਚੀਜ਼ਾਂ ਜੇ ਇੱਕ ਤੋਂ ਬਾਅਦ ਇੱਕ ਨਿਕਲ ਕੇ ਭਾਸਕਰ ਸਾਹਿਬ ਆਉਣਗੀਆਂ, ਕਿਸੇ ਸਿੱਟੇ ਤੇ ਨਹੀਂ ਪਹੁੰਚਣਗੀਆਂ, ਲੋਕਾਂ ਦੇ ਵਿੱਚ ਅਕਸ ਕੀ ਰਹਿ ਜਾਏਗਾ ਸਰਕਾਰ ਦਾ। ਜਿਸ ਸ਼ੀਸ਼ੇ ਦੇ ਵਿੱਚ ਸਰਕਾਰ ਜੀ ਨੂੰ ਆਪਣਾ ਧੁੰਦਲਾ ਚਿਹਰਾ ਨਜ਼ਰ ਆਉਂਦਾ ਹੈ, ਅਗਲੇ ਉਹ ਚਿਹਰੇ ਨੂੰ ਨਹੀਂ ਬਦਲਦੇ, ਉਹ ਸ਼ੀਸ਼ਾ ਹੀ ਬਦਲ ਦਿੰਦੇ ਨੇ। ਤੇ ਇਸ ਸਰਕਾਰ ਦਾ ਵੀ ਰਵੱਈਆ ਇਦਾਂ ਦਾ ਹੀ ਹੈਗਾ, ਉਹ ਫਿਲਹਾਲ ਸ਼ੀਸ਼ੇ ਬਦਲਣ ਦੇ ਵਿੱਚ ਵਿਸ਼ਵਾਸ ਕਰਦੇ ਨੇ ਬਜਾਏ ਕਿ ਚਿਹਰੇ ਨੂੰ ਸਾਫ਼ ਸੁਥਰਾ ਕਰਨ ਦੀ। ਤੇ ਸਰਕਾਰ ਦਾ ਚਿਹਰਾ ਤੇ ਖਰਾਬ ਹੋਇਆ ਔਰ ਬਹੁਤ ਸਾਰੇ ਮਾਮਲਿਆਂ ਦੇ ਵਿੱਚ ਹੋਇਆ ਔਰ ਜਿਸ ਤਰੀਕੇ ਨਾਲ ਰੋਜ਼ ਨਵੇਂ ਮਾਮਲੇ ਉਜਾਗਰ ਹੋ ਰਹੇ ਨੇ ਔਰ ਕੁਝ ਤੇ ਇਦਾਂ ਦੇ ਵੀ ਮਾਮਲੇ ਨੇ ਜਿਹੜੇ ਇੰਟਰਨਲ ਤੌਰ ਤੇ ਸਾਡੇ ਸਾਹਮਣੇ ਲਿਆਏ ਤੇ ਜਾਂਦੇ ਨੇ ਪਰ ਉਹਨਾਂ ਗੱਲਾਂ ਦੇ ਬਹੁਤੇ ਸਬੂਤ ਨਹੀਂ ਹੁੰਦੇ। ਇਸ ਕਰਕੇ ਉਹਨਾਂ ਗੱਲਾਂ ਨੂੰ ਅਸੀਂ ਵੀ ਆਪਣੇ ਪ੍ਰੋਗਰਾਮ ਦੇ ਰਾਹੀਂ ਅੱਗੇ ਨਹੀਂ ਤੋੜ ਸਕਦੇ ਕਿਉਂਕਿ ਜਦ ਤੱਕ ਤੁਹਾਡੇ ਕੋਲ ਐਵੀਡੈਂਸ ਨਾ ਹੋਏ ਤਦ ਤੱਕ ਕਿਸੇ ਐਲੈਜਡ ਯਾਨੀ ਕਥਿਤ ਤੌਰ ਤੇ ਘੁਟਾਲੇ ਦੀ ਜਾਂ ਕਰਪਸ਼ਨ ਦੀ ਗੱਲ ਕਰਨਾ ਉਹ ਮੈਨੂੰ ਲੱਗਦਾ ਹੈ ਜਾਇਜ਼ ਨਹੀਂ ਹੈ ਕਿਉਂਕਿ ਆਰੋਪ ਕਿਸੇ ਦੇ ਖਿਲਾਫ ਵੀ ਕੁਝ ਵੀ ਲੱਗ ਸਕਦੇ ਹੈ ਪਰ ਬਿਨਾਂ ਸਬੂਤਾਂ ਤੋਂ ਲਾਏ ਹੋਏ ਆਰੋਪਾਂ ਦੇ ਵਿੱਚ ਪੈਣ ਦੇ ਬਾਅਦ ਤੁਹਾਨੂੰ ਆਪ ਕਿਸੇ ਆਰੋਪ ਦਾ ਸਾਹਮਣਾ ਕਰਨਾ ਪਏ ਇਦਾਂ ਦੀ ਆਸ਼ੰਕਾ ਵੀ ਬਣੀ ਰਹਿੰਦੀ ਹੈ। ਬਿਲਕੁਲ ਕੋਈ ਸ਼ੱਕ ਨਹੀਂ ਹੈ ਕਿਉਂਕਿ ਭਾਸਕਰ ਸਾਹਿਬ ਨੇ ਚਰਚਾ ਸ਼ੀਸ਼ਿਆਂ ਦੀ ਕੀਤੀ ਤੇ ਫਿਰ ਮੈਨੂੰ ਬਾਬਾ ਨਜ਼ਮੀ ਦੀਆਂ ਉਹ ਲਾਈਨਾਂ ਯਾਦ ਆ ਗਈਆਂ। ਬਹੁਤ ਸਾਰੇ ਲੋਕਾਂ ਨੇ ਵਰਤੀਆਂ ਨੇ ਕਿ ਸ਼ੀਸ਼ੇ ਉੱਤੇ ਧੂੜਾਂ ਜੰਮੀਆਂ ਕੰਧਾਂ ਝਾੜੀ ਜਾਂਦੇ ਨੇ ਜਿਲਦਾਂ ਸਾਂਭ ਰਹੇ ਨੇ ਝੱਲੇ ਵਰਕੇ ਪਾੜੀ ਜਾਂਦੇ ਨੇ। ਚੱਲ ਓਏ ਬਾਬਾ ਆਪਣੇ ਪਿੰਡਾਂ ਵੱਲ ਨੂੰ ਹੋ ਤੁਰੀਏ ਸ਼ਹਿਰਾਂ ਦੇ ਵਸਨੀਕ ਤਾਂ ਆਪਣੇ ਸ਼ਹਿਰ ਉਜਾੜੀ ਜਾਂਦੇ ਨੇ। ਮਤਲਬ ਲੋਕਾਂ ਦੀਆਂ ਅੱਖਾਂ ਦੇ ਵਿੱਚ ਘੱਟਾ ਪਾਉਣ ਦੀ ਪੂਰੀ ਕੋਸ਼ਿਸ਼ ਹਰ ਸੱਤਾ ਕਰਦੀ ਹੈ। ਇਹ ਕਿੰਨਾ ਕੁ ਕਰ ਰਹੀ ਹੈ, ਕਿੰਨਾ ਕੁ ਕਾਮਯਾਬ ਹੁੰਦੀ ਹੈ, ਕੀ ਸੱਚ ਹੈ ਕੀ ਝੂਠ ਹੈ, ਨਿਰਪੱਖ ਜਾਂਚ ਹੋਏਗੀ, ਸਿੱਟੇ ਤੇ ਪਹੁੰਚਣਗੇ ਇਹ ਮਾਮਲੇ ਤਾਂ ਪਤਾ ਲੱਗੇਗਾ। ਪਰ ਫਿਲਹਾਲ ਅਜੇ ਨਿਰਪੱਖ ਜਾਂਚ ਦੀ ਗੱਲ ਬਾਅਦ ਚ, ਪਹਿਲਾਂ ਚੋਣਾਂ ਦੀ ਗੱਲ ਕਰ ਲਈਏ, 2024 ਦੀ ਗੱਲ ਕਰ ਲਈਏ, ਬਾਕੀ ਗੱਲਾਂ ਸਾਰੀਆਂ ਹੀ ਬਾਅਦ ਚ ਹੁੰਦੀਆਂ ਰਹਿਣਗੀਆਂ। ਜ਼ਿਕਰ ਛੇੜਦੇ ਹਾਂ ਛੋਟੇ ਜਿਹੇ ਵਿਰਾਮ ਤੋਂ ਬਾਅਦ। ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ। 2024 ਦੀ ਤਿਆਰੀ ਐਨ ਸਿਖਰ ਤੇ ਆ ਔਰ ਇਸ 2024 ਦੀ ਤਿਆਰੀ ਦੇ ਵਿੱਚ ਇੱਕ ਤਿਆਰੀ ਕਹਿੰਦੇ ਭਾਜਪਾ ਨੇ ਕੀਤੀ ਆ। ਸੰਜੇ ਕੁਮਾਰ ਮਿਸ਼ਰਾ ਜਿਹੜੇ ਈਡੀ ਦੇ ਡਾਇਰੈਕਟਰ ਜਿਨ੍ਹਾਂ ਨੂੰ 3 ਵਾਰ ਐਕਸਟੈਂਸ਼ਨ ਦਿੱਤੀ ਤੇ ਸੁਪਰੀਮ ਕੋਰਟ 'ਚ ਹੋ ਗਈ ਚੈਲੰਜ। ਫਿਰ ਸੁਪਰੀਮ ਕੋਰਟ ਨੂੰ ਕਿਹਾ ਜੀ ਇਹ ਮੁਲਕ ਦੇ ਇੱਜ਼ਤ ਦਾ ਸਵਾਲ ਹੈ, ਥੋੜਾ ਸਮਾਂ ਇਹਨਾਂ ਨੂੰ ਹੋਰ ਦੇ ਦਿਓ, G20 ਸੰਮੇਲਨ ਹੋ ਲੈਣ ਦਿਓ, ਉਹ ਬੰਦੇ ਬਾਹਰੋਂ ਆਉਣੇ ਆ ਤੇ ਇਹੀ ਇਕਨੋਮਿਕਲੀ ਚੀਜ਼ਾਂ ਜਿਹੜੀਆਂ ਨੇ ਵਿਭਾਗ ਨਾਲ ਜੁੜੀਆਂ ਹੋਈਆਂ ਇਹੀ ਸਮਝਾ ਸਕਦੇ ਆ। ਤੇ
15 ਸਤੰਬਰ ਤੱਕ ਦਾ ਸਮਾਂ ਦਿੱਤਾ ਕਿ ਚਲੋ ਠੀਕ ਹੈ 15 ਸਤੰਬਰ ਤੱਕ ਇਹ ਆਪਣੀ ਕੁਰਸੀ ਤੇ ਰਹਿ ਸਕਦੇ ਆ। ਭਾਸਕਰ ਸਾਹਿਬ ਹੁਣ ਤਿਆਰੀ ਇਹੋ ਜੀ ਹੈ ਕਿ CIO ਜਿੱਦਾਂ CSD ਬਣਾਇਆ ਸੀ ਨਾ ਕਿ ਤਿੰਨੋਂ ਸੈਨਾਵਾਂ ਦਾ ਇੱਕ ਮੁਖੀ ਲਾਤਾ ਸਾਰਿਆਂ ਦੇ ਵਿੱਚ, ਤੇ ਇੱਥੇ ਵੀ ਕਹਿੰਦੇ CBI ਤੇ ED ਦਾ ਇੱਕ ਮੁਖੀ ਲਾਉਣਾ, ਤੇ ਉਹ ਲਾਉਣਾ ਕਿਹਨੂੰ ਆ? ਸੰਜੇ ਕੁਮਾਰ ਮਿਸ਼ਰਾ ਨੂੰ। ਮਤਲਬ ਕਿਨਾਰੇ ਤੇ ਨਹੀਂ ਹੋਣ ਦੇਣਾ, ਜਿੱਥੇ ਉਹਨੂੰ ਰੱਖਣਾ ਹੈ ਉੱਥੇ ਰੱਖਣਾ ਹੀ ਰੱਖਣਾ, ਭਾਵੇਂ ਜੋ ਮਰਜ਼ੀ ਹੋ ਜਾਵੇ। ਦੇਖੋ ਬੀਜੇਪੀ ਦੀ ਹੀ ਸਰਕਾਰ ਇਦਾਂ ਦੀ ਹੈ ਜਿਹੜੀ ਚੀਜ਼ ਉਹ ਕਰਨਾ ਚਾਹੁੰਦੇ ਨੇ ਅਗਲੇ ਕਰ ਜਾਂਦੇ ਨੇ। ਉਹਨੂੰ 11 ਮਈ ਦਾ ਸੁਪਰੀਮ ਕੋਰਟ ਦਾ ਆਰਡਰ ਜਿਹਦੇ ਹਿਸਾਬ ਨਾਲ ਦਿੱਲੀ ਦੀ ਸਰਵਿਸਿਜ਼ ਦੇ ਉੱਤੇ ਅਧਿਕਾਰ ਕੇਜਰੀਵਾਲ ਦਾ ਹੋਏਗਾ ਔਰ ਲੈਫਟੀਨੈਂਟ ਗਵਰਨਰ ਸਾਹਿਬ ਨੂੰ ਛੋਟਾ ਤੇ ਕੇਜਰੀਵਾਲ ਨੂੰ ਵੱਡਾ ਕਰ ਦਿੱਤਾ ਜਾਂਦਾ ਹੈ, ਪਰ ਬੀਜੇਪੀ ਨੂੰ ਨਹੀਂ ਪਸੰਦ ਆਈ ਗੱਲ। ਅਗਲਿਆਂ ਨੇ 19 ਤਰੀਕ ਨੂੰ ਹੀ ਆਰਡੀਨੈਂਸ ਜਾਰੀ ਕਰਕੇ ਉਹ ਸਾਰੀ ਸ਼ਕਤੀਆਂ ਜਿਨ੍ਹਾਂ ਸ਼ਕਤੀਆਂ ਦੇ ਉੱਤੇ ਚੜ ਕੇ ਕੇਜਰੀਵਾਲ ਉਹਨਾਂ ਭੰਗੜੇ ਪਾਉਂਦੇ ਸੀਗੇ ਉਹ ਥੱਲੋਂ ਉਹ ਸ਼ਕਤੀਆਂ ਹੀ ਖਿੱਚ ਲਈ। ਔਰ ਹੁਣ ਤੇ ਮਾਮਲਾ ਲੋਕ ਸਭਾ ਰਾਜ ਸਭਾ ਤੋਂ ਹੁੰਦੇ ਹੋਏ ਰਾਸ਼ਟਰਪਤੀ ਤੋਂ ਉਹ ਕਾਨੂੰਨ ਦੇ ਰੂਪ ਵਿੱਚ ਤੈਅ ਹੋ ਗਿਆ। ਔਰ ਉਸ ਤੋਂ ਬਾਅਦ ਉਹ ਕੇਜਰੀਵਾਲ ਸਾਹਿਬ ਉਸ ਅਥਾਰਟੀ ਜਿਹਦੇ ਉਹ ਚੇਅਰਮੈਨ ਨੇ ਪੋਸਟਿੰਗ ਉਹ ਟ੍ਰਾਂਸਫਰ ਨੂੰ ਲੈ ਕੇ ਉਹਦੀ ਮੀਟਿੰਗ ਤੱਕ ਨਹੀਂ ਕਰ ਰਹੇ। ਹੁਣ ਸੰਜੇ ਕੁਮਾਰ ਮਿਸ਼ਰਾ ਨਾਲ ਪੈ ਗਿਆ ਪਿਆਰ ਭਾਜਪਾ ਦਾ, 3 ਵਾਰ ਐਕਸਟੈਂਸ਼ਨ ਦਿੱਤੀ। ਸੁਪਰੀਮ ਕੋਰਟ ਨੇ ਡਾਢਾ ਰੁਖ ਅਪਣਾਉਂਦੇ ਹੋਏ ਕਿਹਾ ਨਾ ਇਹ ਲਾਸਟ ਹੈ। ਉਹ ਲਾਸਟ ਕਹਿਣ ਤੋਂ ਬਾਅਦ ਫਿਰ ਪਹੁੰਚ ਗਈ ਸੁਪਰੀਮ ਕੋਰਟ ਕੇਂਦਰ ਸਰਕਾਰ, ਨਹੀਂ ਕਹਿੰਦੇ ਜੀ ਇਹਨਾਂ ਨੂੰ ਦੇ ਦਿਓ, ਇਹਦੇ ਬਗੈਰ ਸਾਡਾ ਨਹੀਂ ਸਰਦਾ, ਕਿਉਂਕਿ ਸਾਨੂੰ ਬਲੈਕ ਲਿਸਟ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਔਰ ਇਹੀ ਹੈਗੇ ਨੇ ਜਿਹੜੇ ਸਾਨੂੰ ਕਈ ਮੁੱਦਿਆਂ ਦੇ ਉੱਤੇ ਇੰਟਰਨੈਸ਼ਨਲ ਫੋਰਮ ਤੇ ਭਾਰਤ ਦਾ ਬਚਾਅ ਕਰ ਸਕਦੇ ਨੇ। ਸੁਪਰੀਮ ਕੋਰਟ ਨੇ ਕਿਹਾ ਚਲੋ 15 ਸਤੰਬਰ ਦੀ ਸ਼ਾਮ ਨੂੰ 12 ਵਜੇ ਤੋਂ ਬਾਅਦ ਹੁਣ ਸੰਜੇ ਕੁਮਾਰ ਮਿਸ਼ਰਾ ਦੀ ਪੱਕੀ ਛੁੱਟੀ ਹੋ ਗਈ। ਪਰ ਗੱਲ ਕਿੱਥੇ ਪਸੰਦ ਆਣੀ ਸੀਗੀ ਭਾਜਪਾ ਨੂੰ, ਜਿਨ੍ਹਾਂ ਦਾ ਪਿਆਰ ਪੈ ਗਿਆ ਸੰਜੇ ਕੁਮਾਰ ਮਿਸ਼ਰਾ ਉਹਨਾਂ ਨੂੰ। ਉਹ ਕਹਿੰਦੇ ਛੱਡੋ ਪਰੇ, ਆਪਾਂ CBI NIA ਔਰ ਆ ਜਿਹੜੀ ED ਹੈਗੀ ਹੈ ਇਹਨਾਂ ਤੋਂ ਵੀ ਤੁਹਾਨੂੰ ਸਭ ਤੋਂ ਉੱਚਾ ਕਰ ਦਿੰਦੇ ਆ, ਇੱਕ ਨਵੀਂ ਪੋਸਟ ਕ੍ਰੀਏਟ ਕਰ ਦਿੰਦੇ ਆ ਚੀਫ ਇਨਵੈਸਟੀਗੇਟਿੰਗ ਆਫੀਸਰ, ਤੇ ਹੁਣ ਤੁਹਾਨੂੰ ਇਹ ਤਿੰਨੋਂ ਏਜੰਸੀਆਂ ਦਾ ਮਾਲਕ ਬਣਾ ਦਾਂਗੇ, ਪਰ ਤੁਸੀਂ ਸਾਡੇ ਇਸ਼ਾਰੇ ਤੇ ਉਹ ਕੰਮ ਜ਼ਰੂਰ ਕਰੀ ਜਾਣਾ। ਇਹ ਗੱਲ ਕਹੀ ਤੇ ਨਹੀਂ, ਪਰ ਇਹ ਗੱਲ ਸਮਝੀ ਜਾ ਸਕਦੀ ਹੈ ਕਿਉਂਕਿ 2024 ਇਲੈਕਸ਼ਨ ਦਾ ਸਾਲ ਹੈ। ਭਾਵੇਂ ਕੌਮਾਂਤਰੀਆ ਪੱਧਰ ਦੇ ਉੱਤੇ ਭਾਰਤ ਨੂੰ ਬਲੈਕ ਲਿਸਟ ਹੋਣ ਦਾ ਖਤਰਾ ਜ਼ਰੂਰ ਹੋਏ, ਪਰ ਇਲੈਕਸ਼ਨ ਦੇ ਵਿੱਚ ਜਿੱਤਣਾ ਇੱਕ ਮਜਬੂਰੀ ਵੀ ਹੈ ਤੇ ਜ਼ਰੂਰੀ ਵੀ ਹੈ। ਹੁਣ ਸੰਜੇ ਕੁਮਾਰ ਮਿਸ਼ਰਾ ਦੇ ਕੋਲ ਇੱਦਾਂ ਦੀ ਕੀ ਤਾਕਤ ਹੈਗੀ ਹੈ, ਕੀ ਗਿੱਦੜ ਸਿੰਘੀ ਹੈਗੀ ਹੈ, ਜਿਹਦੇ ਕਰਕੇ ਭਾਜਪਾ ਨੂੰ ਲੱਗਦਾ ਜੇ ਮਿਸ਼ਰਾ ਜੀ ਇੱਧਰ ਉੱਧਰ ਵੀ ਹੋ ਗਏ ਨਾ ਤੇ ਸਾਡੀ ਜਿੱਤ ਮੁਸ਼ਕਿਲ ਹੈ। ਉਸ ਕਾਰਨਾਂ ਦਾ ਅਸੀਂ ਕਈ ਵਾਰ ਬਿਨਾਂ ਕਾਰਨ ਦੱਸੇ ਜ਼ਿਕਰ ਕਰ ਚੁੱਕੇ ਹਾਂ ਔਰ ਲੋਕਾਂ ਨੂੰ ਵੀ ਉਹਨਾਂ ਕਾਰਨਾਂ ਦਾ ਬਿਨਾਂ ਕਿਸੇ ਕਾਰਨ ਤੋਂ ਪਤਾ ਚੱਲ ਗਿਆ। ਭਾਸਕਰ ਸਾਹਿਬ ਇਹਦੇ ਵਿੱਚ ਇੱਕ ਚੀਜ਼ ਹੋ ਰਿਹਾ, ਇੱਕ ਪਾਸੇ ਆ ਸਾਰਾ ਕੁਝ ਹੋ ਰਿਹਾ, ਦੂਜੇ ਪਾਸੇ ਖਬਰਾਂ ਤਾਂ ਅੰਦਰੋਂ ਇਹ ਵੀ ਨਿਕਲ ਕੇ ਆ ਰਹੀਆਂ ਨੇ ਕਿ ਮਾਇਆਵਤੀ ਤੇ ਓਵੈਸੀ ਜਿਹੜੇ ਆ ਉਹਨਾਂ ਦੇ ਦਰਮਿਆਨ ਗੱਠਜੋੜ ਕਰਵਾਉਣ ਦੀਆਂ ਵੀ ਚਰਚਾਵਾਂ ਚੱਲਦੀਆਂ ਤਾਂ ਕਿ ਯੂਪੀ ਦੇ ਵਿੱਚ ਇੱਕ ਤਾਂ ਮੁਸਲਿਮ ਵੋਟ ਤੇ ਦੂਜੀ ਦਲਿਤ ਵੋਟ ਜਿਹੜੀ ਆ ਉਹ ਕਾਂਗਰਸ ਤੇ ਸਮਾਜਵਾਦੀ ਪਾਰਟੀ ਨੂੰ ਨਾ ਪਹੁੰਚ ਸਕੇ, ਉਹ ਡਿਵਾਈਡ ਹੋਵੇ, ਤੇ ਜੇ ਕਿਤੇ ਮਾੜਾ ਮੋਟਾ ਧੱਕਾ ਲੱਗਣਾ ਵੀ ਹੈ ਤੇ ਉਹ ਨਾ ਲੱਗੇ ਭਾਜਪਾ ਨੂੰ। ਦੇਖੋ ਬਹੁਤ ਸਾਰੀ ਗੱਲਾਂ ਹੁੰਦੀਆਂ, ਅੱਜ ਕੱਲ ਦੀ ਰਾਜਨੀਤੀ ਸਿੱਧੀ ਸਾਦੀ ਨਹੀਂ ਰਹੀ। ਹੁਣ ਮਲਟੀ ਕਾਰਨਰਡ ਕੰਟੈਸਟ ਜਦੋਂ ਹੁੰਦੇ ਨੇ ਤੇ ਹਰ ਇੱਕ ਆਪਣੀ ਪਾਰਟੀ ਨੂੰ ਵੱਧ ਤੋਂ ਵੱਧ, ਕਿਉਂਕਿ ਜਦ ਇਹ ਪਤਾ ਹੁੰਦਾ ਵੀ ਟੋਟਲ ਨੰਬਰ ਹੈਗੇ ਨੇ 100, ਜੇ 100 ਚੋਂ ਕੋਈ 33-35 ਨੰਬਰ ਵੀ ਰਹਿ ਜਾਊਗਾ ਤੇ ਜਿੱਤ ਜਾਊਗਾ ਜੀ, ਤੇ ਇਸ ਕਰਕੇ ਉਹਨਾਂ 35 ਨੰਬਰਾਂ ਦਾ ਜੁਗਾੜ ਤੇ ਦੂਜੀ ਪਾਰਟੀਆਂ ਨੂੰ 35-35 ਨਾ ਮਿਲਣ। ਹੁਣ ਰਣਨੀਤੀ ਇਹ ਵੀ ਅਪਣਾਣੀ ਪੈਂਦੀ ਹੈ ਔਰ ਉਦਾਂ ਦੀ ਹੀ ਰਣਨੀਤੀ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਜਿਹੜਾ ਕਥਿਤ ਤੌਰ ਤੇ ਭਾਜਪਾ ਅਪਣਾ ਰਹੀ ਹੈ ਕਿ ਮਾਇਆਵਤੀ ਉਹਨਾਂ ਦਾ ਤੇ ਓਵੈਸੀ ਉਹਨਾਂ ਦਾ ਕਰਾ ਦਿਓ ਅਲਾਈਅੰਸ। ਦਲਿਤ ਵੋਟ ਜਿਹੜੀ ਭਾਜਪਾ ਤੋਂ ਅਕਸਰ ਮੰਨਿਆ ਜਾਂਦਾ ਹੈ ਕਿ ਸਵਰਨ ਜਾਤੀ ਦੇ ਵੋਟ ਜ਼ਿਆਦਾ ਮਿਲਦੇ ਨੇ ਭਾਜਪਾ ਨੂੰ, ਤੇ ਉਹ ਵੰਡੇ ਜਾਣ, ਯਾਨੀ ਉਹ 4 ਆਪੋਜੀਸ਼ਨ ਪਾਰਟੀਆਂ ਦੇ ਵਿੱਚ ਵੰਡੇ ਜਾਣਗੇ ਤੇ ਭਾਜਪਾ ਨੂੰ ਆਟੋਮੈਟਿਕਲੀ ਫਾਇਦਾ ਹੋਏਗਾ। ਔਰ ਦੂਜੇ ਪਾਸੇ ਮੁਸਲਿਮ ਜੋ ਮੰਨਿਆ ਜਾਂਦਾ ਹੈ ਕਿ ਭਾਜਪਾ ਦਾ ਵੋਟ ਬੈਂਕ ਨਹੀਂ ਹੈ, ਤੇ ਉਹ ਵੀ ਇੱਧਰ ਉੱਧਰ ਵੰਡਿਆ ਜਾਏ। ਕਿਉਂਕਿ ਅਸੀਂ ਪਹਿਲੇ ਵੀ ਗੱਲ ਕੀਤੀ ਸੀਗੀ ਕਿ ਇੰਡੀਆ ਔਰ NDA ਬਣਨ ਤੋਂ ਬਾਅਦ ਉਹ ਕੰਧ ਤੇ ਖੜੀ ਪਾਰਟੀਆਂ ਉਹਨਾਂ ਦਾ ਕੀ ਰੋਲ ਹੋਏਗਾ, ਔਰ ਹੁਣ ਤੁਸੀਂ ਇਹਨਾਂ ਗੱਲਾਂ ਦੇ ਰਾਹੀਂ ਇਸ ਗੱਲ ਨੂੰ ਵੀ ਉਜਾਗਰ ਕਰ ਰਹੇ ਹੋ ਕਿ ਉਹ ਕੰਧ ਤੇ ਖੜੀਆਂ ਚੜੀਆਂ ਪਾਰਟੀਆਂ ਦਾ ਰੋਲ ਹੋਏਗਾ ਕਿ ਕਿੱਥੇ ਕਿਹੜੀ ਵੋਟ ਆਪਾਂ ਪਹੁੰਚਾਣੀ ਹੈ। ਇਹਦੇ ਵਿੱਚ ਇਹ ਵੀ ਤਾਂ ਹੈਗਾ ਨਾ ਕਿ ਜੇ ਇਹ ਮਾਇਆਵਤੀ ਹੋਰੀ ਚੋਣ ਜ਼ਾਬਤਾ ਫਿਲਹਾਲ ਤਾਂ ਜੇ ਆਪਾਂ ਇਹ ਵੀ ਕਹਿੰਦੇ ਆ ਨਾ, ਉਹ ਪੋਲੀਟੀਕਲ ਪਾਰਟੀਆਂ ਕਹਿੰਦੀਆਂ ਜੀ ਪ੍ਰੈਸ਼ਰ ਪਾਇਆ ਜਾ ਰਿਹਾ, ED ਨਾਲ ਡਰਾਇਆ ਜਾ ਰਿਹਾ, CBI ਨਾਲ ਡਰਾਇਆ ਜਾ ਰਿਹਾ, ਕੱਲ ਚੋਣ ਜ਼ਾਬਤਾ ਲੱਗ ਜਾਂਦਾ ਤੇ ਅਗਲੀਆਂ ਪਾਰਟੀਆਂ ਇਧਰਲੇ ਪਾਸੇ ਵੀ ਤਾਂ ਆ ਹੀ ਸਕਦੀਆਂ ਕਿ ਭਾਈ ਉਹਨਾਂ ਨੇ ਸਾਨੂੰ ਤਾਂ ਡਰਾ ਕੇ ਰੱਖਿਆ ਹੋਇਆ ਸੀਗਾ, ਲੋ ਹੁਣ ਨਹੀਂ ਕੋਈ ਡਰ, ਸਾਨੂੰ ਆ ਗਈਆਂ ਤੁਹਾਡੇ ਨਾਲ, ਤੇ ਇੰਡੀਆ ਵਾਲੇ ਧੜੇ 'ਚ ਵੀ ਆ ਸਕਦੀਆਂ ਨੇ। ਦੇਖੋ ਮਿਸ਼ਰਾ ਜੀ ਨਾਲ ਐਵੇਂ ਨਹੀਂ ਪਿਆਰ ਪਿਆ ਗਿਆ ਭਾਜਪਾ ਦਾ,
ਜਾਂ ਕੇਂਦਰ ਸਰਕਾਰ ਦਾ। ਉਹ ਇਸ ਕਰਕੇ ਪੈ ਗਿਆ ਕਿ ਇਹ ਜਦ ਮਿਸ਼ਰਾ ਜੀ ਅੱਖਾਂ ਦਿਖਾਉਂਦੇ ਆ ਨਾ ਤੇ ਦੂਜੀ ਪਾਰਟੀਆਂ ਡਰਦੀ ਹੈ। ਈਡੀ ਤੋਂ ਹਾਹਾਕਾਰ ਮਚੀ ਹੋਈ ਹੈ ਵਿਰੋਧੀ ਦਲ ਦੀ ਪਾਰਟੀਆਂ ਦੇ ਵਿੱਚ, ਔਰ ਜਿੱਥੇ ਸਰਕਾਰਾਂ ਤੱਕ ਹੈਗੀ ਆ ਉੱਥੇ ਵੀ ਇਹ ਗੱਲ ਤੁਰ ਪਈ ਹੈ, ਜਿਹਦਾ ਜ਼ਿਕਰ ਅਸੀਂ ਹੁਣੇ ਥੋੜੀ ਦੇਰ ਪਹਿਲੇ ਕਰਕੇ ਵੀ ਹਟੇ ਹਾਂ ਕਿ 3 ਮੁੱਖ ਮੰਤਰੀਆਂ ਨੂੰ ਭਾਜਪਾ, ਹੁਣ 3 ਕਿਉਂ, ਆਪਾਂ 4 ਹੀ ਕਹੀਏ ਤੇ ਜ਼ਿਆਦਾ ਬੈਟਰ ਹੈਗਾ, ਕਿਉਂਕਿ ਮਮਤਾ ਬਨਰਜੀ ਉਹਨਾਂ ਦੇ ਮਗਰ ਈਡੀ ਸ਼ੁਰੂ ਤੋਂ ਪਈ ਹੋਈ ਹੈ। ਛੱਤੀਸਗੜ੍ਹ ਦੇ ਵਿੱਚ ਈਡੀ ਦੀ ਐਂਟਰੀ ਹੋ ਹੀ ਚੁੱਕੀ ਹੈ, ਤੇ ਹੁਣ ਰਾਜਸਥਾਨ ਦੀ ਗੱਲ ਕਰੀਏ ਜਾਂ ਫਿਰ ਅੱਗੇ ਚੱਲ ਕੇ ਝਾਰਖੰਡ, ਫਿਰ ਤਾਂ ਦਿੱਲੀ ਵਾਲੇ ਕੇਜਰੀਵਾਲ ਹੋਰੀ ਵੀ ਨਿਸ਼ਾਨੇ ਤੇ ਆ। ਹੁਣ 3 ਸੂਬੇ ਨਾ ਕੋ 4 ਸੂਬਿਆਂ ਦੇ ਵਿੱਚ ਮੁੱਖ ਮੰਤਰੀ ਕਦੀ ਵੀ ਅੰਦਰ ਜਾ ਸਕਦੇ ਨੇ। ਇਸ ਤਰੀਕੇ ਦੀ ਕੰਸੋਲ ਲੱਗੀ ਹੈ, ਔਰ ਕਵਾਇਦ ਵੀ ਉਸ ਪਾਸੇ ਇਸ਼ਾਰਾ ਕਰਦੀ ਹੈ। ਭਾਜਪਾ ਦੀ ਤਾਂ ਤੁਸੀਂ ਕਹਿਤੀ ਗੱਲ ਕਿ ਇਧਰੋਂ ਉਧਰੋਂ ਜਿਹੜੀ ਆ ਉਹ ਚੱਲਦੀਆਂ ਪਈਆਂ ਕਵਾਇਦਾਂ, ਪਰ ਇੰਡੀਆ ਕਿੰਨੀ ਕੁ ਤਿਆਰੀ ਕਰ ਰਿਹਾ, ਜਿਹੜਾ ਬੜਕ ਮਾਰਦਾ ਹੈ ਕਿ ਨਹੀਂ ਇਸ ਵਾਰ ਇੰਡੀਆ ਜਿੱਤੂਗਾ? ਮਮਤਾ ਬੈਨਰਜੀ ਨੇ, ਮਾਫ ਕਰਨਾ, ਮਮਤਾ ਬੈਨਰਜੀ ਨੇ ਜਦੋਂ ਨਾਮ ਸੁਝਾਇਆ ਸੀਗਾ ਉਦੋਂ ਇਹੀ ਕਿਹਾ ਸੀਗਾ ਹੂ ਕੈਨ ਬੀਟ ਇੰਡੀਆ, ਕਿ ਇੰਡੀਆ ਨੂੰ ਕੌਣ ਹਰਾ ਸਕਦਾ ਹੈ, ਆਪਾਂ ਇੰਡੀਆ ਬਣਾ ਕੇ ਚੱਲਾਂਗੇ। ਉਹ ਕਿੱਥੇ ਖੜੇ ਨੇ? ਦੇਖੋ 2 ਮੀਟਿੰਗਾਂ ਦੇ ਵਿੱਚ ਇੰਡੀਆ ਤਿਆਰ ਤੇ ਹੋ ਗਿਆ, ਪਰ ਅੱਗੇ ਚੱਲ ਕੇ ਇੰਡੀਆ ਟਿਕਾ ਰਹੂਗਾ। ਇੰਡੀਆ ਅਲਾਈਅੰਸ ਦੀ ਗੱਲ ਕਰ ਰਹੇ ਹਾਂ। ਆ ਜਿਹੜੀ 31 ਅਗਸਤ ਔਰ 1 ਸਤੰਬਰ ਦੀ ਮੀਟਿੰਗ ਹੈ ਨਾ, ਇਹ ਬੜੀ ਭਾਰੂ, ਜਿੱਦਾਂ ਕਹਿੰਦੇ ਨਾ ਸਾਇਆ ਬੜਾ ਭਾਰੀ ਹੈ। ਉਹਦੇ ਵਿੱਚ ਜਿਹੜੇ ਮੁੱਦੇ ਡਿਸਕਸ ਹੋਣੇ ਆ, ਉਹਦੇ ਵਿੱਚ ਕਿਤੇ ਪਾਰਟੀਆਂ ਦੇ ਲੀਡਰ ਆਪਸ ਵਿੱਚ ਲੜ ਕੇ ਖੂਨੋ ਖੂਨ ਨਾ ਹੋ ਜਾਣ ਕਿ ਤੂੰ ਕਿੰਨੀ ਸੀਟਾਂ ਤੇ ਲੜੇਗਾ ਤੇ ਮੈਂ ਕਿੰਨੇ ਤੇ ਲੜੂੰਗਾ। ਇਹ ਇੱਕ ਸਵਾਲ ਹੈਗਾ, ਜਿਹਦਾ ਸਵਾਲ ਬਾਹਰ ਤੋਂ ਦੇਖਣ ਦੇ ਵਾਸਤੇ ਤੇ ਔਖਾ ਲੱਗਦਾ ਹੈ, ਪਰ ਜਿਹੜੀ ਪੋਲੀਟੀਕਲ ਪਾਰਟੀਆਂ ਦੇ ਲੀਡਰ ਉੱਥੇ ਬੈਠੇ ਹੋਣਗੇ ਉਹਨਾਂ ਨੂੰ ਵੀ ਅੰਦਰੋਂ ਇਹ ਗੱਲ ਪਤਾ ਹੋਏਗੀ ਕਿ ਵੀ ਜੇ ਮਾੜੀ ਮੋਟੀ ਜੀ ਐਡਜਸਟਮੈਂਟ ਕਰਨੀ ਪੈਂਦੀ ਹੈ ਤਾਂ ਕਰੋ, ਨਹੀਂ ਤੇ ਕਿਸੇ ਨੂੰ ਵੀ ਕੁਝ ਨਹੀਂ ਮਿਲਣਾ। ਜੇ ਇੱਕ ਵਾਰ ਹੋਰ ਮੋਦੀ ਸਾਹਿਬ ਆ ਗਏ ਤੇ ਆਪਾਂ ਤੇ ਰੁੱਲ ਜਾਣਾ। ਹੁਣ ਇਹ ਅਸਤਿਤਵ ਦੀ ਲੜਾਈ, ਸਰਵਾਈਵਲ ਦੀ ਲੜਾਈ ਬਣ ਕੇ ਰਹਿ ਗਈ ਹੈ, ਔਰ ਸਰਵਾਈਵਲ ਤੋਂ ਬਾਅਦ ਹੀ ਰਿਵਾਈਵਲ ਹੋ ਸਕਦਾ ਹੈ। ਪਹਿਲੇ ਸਰਵਾਈਵਲ ਦੀ ਲੜਾਈ ਲੜੋ, ਜਿੱਤੋ, ਫਿਰ ਉਸ ਤੋਂ ਬਾਅਦ ਰਿਵਾਈਵਲ ਦੀ ਵੀ ਲੜਾਈ ਲੜੋ ਤੇ ਜਿੱਤੋ। ਇਹ 2 ਲੜਾਈਆਂ ਇਕੱਠੇ ਇੱਕ ਮੰਚ ਦੇ ਥੱਲੇ ਲੜਨੀ ਔਖੀ ਤੇ ਹੈ, ਪਰ ਜੇ ਕਰ ਗਏ ਨਾ ਉਹ, ਔਰ ਸਾਰਿਆਂ ਨੇ ਵੱਡਾ ਦਿਲ ਦਿਖਾ ਕੇ ਇੱਕ ਦੂਜੇ ਨੂੰ ਕਿਹਾ ਨਹੀਂ ਪਹਿਲੇ ਆਪ, ਫਿਰ ਤੇ ਗੱਲ ਬਣ ਜੂਗੀ, ਔਰ ਫਿਰ ਵਾਕਈ ਇੱਕ ਕੜਾ ਮੁਕਾਬਲਾ ਬੀਜੇਪੀ ਨੂੰ ਮਿਲ ਸਕਦਾ ਹੈ। ਜੇ ਵਾਕਈ ਪਹਿਲੇ ਵਾਲੀ ਰਣਨੀਤੀ ਰਾਜਨੀਤੀ ਦੇ ਉੱਤੇ 1 ਸਤੰਬਰ ਨੂੰ ਉਸ ਮੀਟਿੰਗ ਤੋਂ ਬਾਹਰ ਨਿਕਲ ਕੇ ਜੇ ਸਾਰੇ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਮੌਜੂਦ ਹੋਣ ਔਰ ਸਾਰੇ ਹੀ ਹੱਥ ਖੜੇ ਕਰਕੇ ਵਿਕਟਰੀ ਦਾ ਨਿਸ਼ਾਨ ਬਣਾਉਂਦੇ ਹੋਣ ਔਰ ਸੀਟਾਂ ਦੀ ਐਡਜਸਟਮੈਂਟ ਦੇ ਉੱਤੇ ਕੋਈ ਮਤਭੇਦ ਨਹੀਂ ਹੈ, ਇੱਦਾਂ ਦਾ ਇੰਡੀਕੇਸ਼ਨ ਦਿੰਦੇ ਹੋਣ, ਤੇ ਫਿਰ ਤਾਂ ਕਿਆ ਬਾਤ ਹੈ, ਅੱਗੇ ਚੱਲ ਕੇ ਆਹ ਮੁਕਾਬਲਾ ਕੜਾ ਹੋ ਸਕਦਾ ਹੈ। ਭਾਸਕਰ ਸਾਹਿਬ, ਉਹ ਫਿਲਮ ਦਾ ਇੱਕ ਡਾਇਲੌਗ ਸੀ, ਅਬ ਤੇਰਾ ਕਿਆ ਹੋਗਾ ਕਾਲੀਆ, ਤੇ ਜੇ ਜਿਹੜੀ ਗੱਲ ਤੁਸੀਂ ਕਹਿੰਦੇ ਆ ਕਿ ਸੀਟਾਂ ਦੀ ਵੰਡ ਸਹਿਮਤੀ ਨਾਲ ਹੋ ਗਈ, ਤਾਂ ਫਿਰ ਇਹ ਵੀ ਤਾਂ ਪੁੱਛਣਾ ਬਣਦਾ ਹੈ ਫਿਰ ਉਹਦੇ ਤੋਂ ਬਾਅਦ ਰਾਜਾ ਵੜਿੰਗ ਤੇ ਪ੍ਰਤਾਪ ਸਿੰਘ ਬਾਜਵਾ ਦਾ ਕੀ ਹੋਵੇਗਾ? ਨਾ ਕਰੋ, ਬਾਜਵਾ ਸਾਹਿਬ ਨਾਰਾਜ਼ ਬੜੇ ਹੁੰਦੇ ਨੇ, ਕਹਿੰਦੇ ਬੜੀ ਮੁਸ਼ਕਿਲ ਨਾਲ, ਕਿਉਂਕਿ ਜਦ ਅਸੀਂ ਕੱਲ ਵੀ ਇਹ ਗੱਲ ਕਰ ਰਹੇ ਸੀ ਤੇ ਬਾਜਵਾ ਸਾਹਿਬ ਉਸ ਅਲਾਈਅੰਸ ਦੇ ਟਰੱਕ ਨੂੰ ਪਿੱਛੇ ਖਿੱਚਦੇ ਨੇ, ਤੇ ਅਗਲੇ ਦਿਨ ਜਦ ਸਵੇਰੇ ਉੱਠਦੇ ਨੇ ਤੇ ਉਹ ਟਰੱਕ ਫਿਰ 4 ਕਦਮ ਵਧਿਆ ਹੁੰਦਾ, ਫਿਰ ਉਹ ਖਿੱਚ ਕੇ ਵਾਪਸ ਲੈ ਕੇ ਆਉਂਦੇ ਨੇ। ਤੇ ਉਹਨਾਂ ਦੇ ਇਦਾਂ ਦੇ ਆਰੋਪ ਸਾਡੇ ਉੱਤੇ ਵੀ ਲਾਏ ਨੇ ਕਿ ਵੀ ਤੁਸੀਂ ਐਵੇਂ ਅਲਾਈਅੰਸ ਦੀ ਗੱਲਾਂ ਕਰਦੇ ਹੋ, ਕਿਉਂਕਿ ਬਾਜਵਾ ਸਾਹਿਬ ਨਾਲ ਕੁਝ ਦਿਨ ਪਹਿਲੇ ਜਦ ਮੇਰੀ ਮੁਲਾਕਾਤ ਹੋਈ ਸੀ ਤੇ ਉਹ ਲਿਖ ਕੇ ਦੇਣ ਨੂੰ ਵੀ ਤਿਆਰ ਸੀ ਕਿ ਭਾਸਕਰ ਸਾਹਿਬ ਲਿਖ ਕੇ ਲੈ ਲਓ ਮੈਨੂੰ ਤੋਂ ਕਿ ਇਹ ਅਲਾਈਅੰਸ ਨਹੀਂ ਹੋਏਗਾ। ਔਰ ਜਦ ਉਹਨਾਂ ਤੋਂ ਪੁੱਛਿਆ ਗਿਆ ਸੀ ਕਿ ਰਾਹੁਲ ਗਾਂਧੀ ਉਹਨਾਂ ਨੇ ਇੱਦਾਂ ਦੇ ਇੰਡੀਕੇਸ਼ਨ ਦਿੰਦੇ ਆ, ਉਹ ਕਹਿੰਦੇ ਸਾਡੀ ਹਾਈ ਕਮਾਂਡ ਨੂੰ ਵਿੱਚ ਨਾ ਪਾਓ, ਮੈਂ ਤੁਹਾਨੂੰ ਕਹਿ ਰਿਹਾ ਨਾ ਮੇਰਾ ਨਾਂ ਲਓ, ਮੈਂ ਲਿਖ ਕੇ ਦੇਣਾ ਕਿ ਵੀ ਮੈਂ ਆਪਣੀ ਕੁਰਬਾਨੀ ਦੇਣ ਨੂੰ ਤਿਆਰ ਹੋ ਜਾਊਂਗਾ ਜੇ ਇੱਦਾਂ ਦਾ ਕੋਈ ਅਲਾਈਅੰਸ ਹੋਇਆ। ਇਹਦਾ ਮਤਲਬ ਇਹ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਇੰਡੀਆ ਅਲਾਈਅੰਸ ਦਾ ਅਸਰ ਸਿਰਫ ਮੁਲਕ ਭਰ ਦੇ ਵਿੱਚ ਨਹੀਂ ਹੋਣਾ, ਇਹਦਾ ਅਸਰ ਪੰਜਾਬ ਦੀ ਸਿਆਸਤ ਦੇ ਉੱਤੇ ਵੀ ਹੋਣਾ ਆ। ਪੰਜਾਬ ਦੇ ਵਿੱਚ ਵੀ ਕਾਂਗਰਸ ਦੀ ਲੀਡਰਸ਼ਿਪ ਫਿਰ ਕਿਸ ਤਰੀਕੇ ਨਾਲ ਸਮਝੌਤੇ ਕਰਦੀ ਹੈ ਜਾਂ ਕੁਝ ਹੋਰ ਕਦਮ ਪੁੱਟਦੀ ਹੈ, ਇਹ ਵੀ ਦੇਖਣਾ ਮਹੱਤਵਪੂਰਨ ਹੋਏਗਾ। ਫਿਲਹਾਲ ਉਡੀਕ ਰਹੇਗੀ ਕਿ ਕਿਹੋ ਜਿਹੀਆਂ ਸਥਿਤੀਆਂ ਬਣਦੀਆਂ ਨੇ। ਇਸੇ ਉਡੀਕ ਦੇ ਵਿੱਚ ਦਿਓ ਇਜਾਜ਼ਤ ਜਸਵੀਰ ਨੂੰ। ਦੇਖਦੇ ਰਹੋ ਟੀਵੀ ਪੰਜਾਬ।